ਜਥੇਦਾਰ ਸਾਹਿਬਾਨ ਤਾਂ ਕੌਮ ਦੇ ਸਾਂਝੇ ਸੀ, ਉਹ ਕਿਉਂ ਨਹੀਂ ਗਏ? ਨਾ ਕਿਸੇ ਤਖਤ ਦਾ ਜਥੇਦਾਰ, ਨਾ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ, ਨਾ ਬਾਕੀ ਸਿੰਘ ਸਾਹਿਬਾਨ ਉਹ ਮੌਕਾ ਦੇਖਣ ਵੀ ਨਹੀਂ ਗਏ ਰਾਮਸਰ ਸਾਹਿਬ। ਅੱਜ ਜੇ ਜਥੇਦਾਰ ਸਾਹਿਬਾਨ ਵੀ ਕੋਈ ਕੰਮ ਕਰਾਉਣਾ ਚਾਹੁੰਦੇ ਆ, ਕੋਈ ਸਮਾਗਮ ਰੱਖਣਾ ਚਾਹੁੰਦੇ ਆ, ਪਹਿਲਾਂ ਉਹਨਾਂ ਨੂੰ ਪ੍ਰਧਾਨ ਨਾਲ ਸਲਾਹ ਕਰਨੀ ਪੈਂਦੀ ਤੇ ਸੈਕਟਰੀ ਨਾਲ। ਬਹੁਤ ਸਾਰੇ ਐਸੇ ਜਥੇਦਾਰ ਹੈ ਜਿਹੜੇ ਗੱਡੀਆਂ 'ਚ ਬੈਠਣ ਨੂੰ ਤਿਆਰ ਖੜੇ ਸੀ ਤੇ ਸੈਕਟਰੀ ਦਾ ਹੁਕਮ ਆ ਗਿਆ ਵੀ ਡਰਾਈਵਰ ਨੂੰ ਕਿਹਾ ਤੂੰ ਇਹਦੀ ਗੱਡੀ ਨਹੀਂ ਲੈ ਕੇ ਜਾਣੀ। ਕੀ ਦੱਸਿਆ ਉਹਨਾਂ ਨੇ ਤੁਹਾਨੂੰ, ਕਿਵੇਂ ਹੋਇਆ? ਉਹਨਾਂ ਨੇ ਮੈਨੂੰ ਕਿਹਾ ਵੀ ਇੱਕ ਏਸੀ ਜਿਹੜਾ ਉਹ ਹੀਟ ਅਪ ਹੋ ਕੇ ਸ਼ਾਰਟ ਸਰਕਟ ਕਰ ਗਿਆ। ਸਾਡੇ ਜਾਂਦਿਆਂ ਨੂੰ ਸਾਰਾ ਕੁਝ ਉਹਨਾਂ ਨੇ ਸਮੇਟ ਲਿਆ ਸੀ। ਅੱਛਾ, ਪਬਲਿਕੇਸ਼ਨ ਬਿਊਰੋ ਦੇ ਮੁਲਾਜ਼ਮਾਂ ਸਾਰਾ ਕੁਝ ਧੋ ਕੇ ਸਾਫ਼ ਕਰ ਦਿੱਤਾ ਸੀ ਉਹਨਾਂ ਨੇ, ਬਿਲਕੁਲ ਕੋਈ ਉੱਥੇ ਅੱਗ ਨਹੀਂ ਸੀ, ਕੋਈ ਕੁਝ ਨਹੀਂ ਸੀ। ਤੇ ਕੁਝ ਸਰੂਪਾਂ ਦੀ ਰਾਖ ਤੇ ਭੇਜੇ ਹੋਏ ਸਰੂਪ 2-3 ਪਲੰਘਾਂ ਦੇ ਉੱਤੇ ਰੱਖੇ ਹੋਏ ਸੀ, ਉੱਪਰ ਚਿੱਟੇ ਕੱਪੜੇ ਪਾਏ ਹੋਏ ਸੀ। ਕਿੰਨੇ ਸੀ ਸਰੂਪ? ਉਹਦੀ ਗਿਣਤੀ ਨਹੀਂ ਕੋਈ ਕੀਤੀ ਨਹੀਂ ਜਾ ਸਕਦੀ ਕਿੰਨੇ ਸੀਗੇ। ਉਸ ਸੈਕਸ਼ਨ ਨੂੰ ਲਿਮਿਟਾਈਜ਼ ਕੀਤਾ ਔਰ ਉਸੇ ਇੱਕ ਕਾਰਨਰ ਦੇ ਵਿੱਚੋਂ ਅੱਗ ਨਹੀਂ ਅੱਗੇ ਵਧਣ ਦਿੱਤੀ। ਠੀਕ ਹੈ, ਨਹੀਂ ਤਾਂ ਨੁਕਸਾਨ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਤੁਸੀਂ ਕਹਿ ਰਹੇ ਹੋ ਮਿੱਟੀ ਪਈ ਹੋਈ ਸੀ ਕਿ ਬਿਨਾਂ ਢੱਕੇ ਰੱਖੇ ਹੋਏ ਸੀ? ਮਤਲਬ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਮਰਿਆਦਾ ਦੇ ਮੁਤਾਬਕ ਨਹੀਂ ਸੀ। ਇਹ ਤਾਂ ਹੁਣ ਕਹਿ ਰਹੇ ਨਾ ਕਈ ਬੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ, ਉੱਦਾਂ ਬੋਲੀ ਜਾਂਦੇ ਜੀ ਉਹਨਾਂ ਨੇ ਕੈਮਰਿਆਂ ਦੇ ਜੀ ਉਹ ਰਿਕਾਰਡਿੰਗ ਖਤਮ ਕਰਤੀ ਜੀ, ਫਿਰ ਉੱਥੇ ਕੈਮਰੇ ਲੱਗੇ ਹੀ ਨਹੀਂ। ਅਕਾਲ ਤਖਤ ਸਾਹਿਬ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਜੀ, ਪਰ ਗੱਲ ਇਹ ਹੈ ਵੀ ਉਹਨਾਂ ਨੇ ਸਪਸ਼ਟੀਕਰਨ ਕੱਲੇ ਦਾ ਲੈਣਾ ਚਾਹੀਦਾ ਸੀ। ਧਰਨੇ ਤੇ ਬੈਠੀ ਸੰਗਤ ਨੂੰ ਤਸੱਲੀ ਨਹੀਂ, ਤਸੱਲੀ ਹੋ ਵੀ ਨਹੀਂ ਸਕਦੀ। ਹੁਣ ਆਹ ਡੇਰਿਆਂ 'ਚ ਤੁਰੇ ਫਿਰਦੇ ਆ ਜਾ ਕੇ ਬਈ ਜੀ ਉੱਥੇ ਤੁਸੀਂ ਦੱਸੋ ਜੀ ਤੁਹਾਡਾ ਸੀਰੀਅਲ ਨੰਬਰ ਕੀ ਹੈ? ਇਹ ਡੇਰਿਆਂ 'ਚੋਂ ਲੱਭਣਗੇ ਕੀ ਉਹਨੂੰ ਸੰਗ ਲੱਗਦੀ ਹੈ? ਉਹ ਦੱਸੇ ਕਿਹਦੇ ਹੁਕਮ ਤੇ ਦਿੱਤੇ ਜੀ। ਪਰਚੀਆਂ ਜੋ ਕਹਿੰਦਾ ਮੇਰੇ ਕੋਲ ਪਰਚੀਆਂ ਖੋਲੀਆਂ, ਦੱਸੇ ਕਿਹਨੇ ਖੋਲੀ? ਉਹਨਾਂ ਦੀ 30 ਸਾਲ ਦੀ ਸਰਵਿਸ ਹੈ, ਉਹਨਾਂ ਨੂੰ ਬੋਲਣਾ ਹੀ ਪੈਣਾ। ਅੱਜ ਬੋਲ ਲੈਣ, ਕੱਲ ਬੋਲ ਲੈਣ, ਉਹ ਜ਼ਰੂਰ ਸੱਚ ਪ੍ਰਗਟ ਕਰਨ। ਤੁਸੀਂ ਆਪਣਾ ਇਸ ਪੂਰੇ ਮਸਲੇ ਦੇ ਵਿੱਚ ਆਪਣੇ ਆਪ ਨੂੰ ਕਿੰਨਾ ਕੁ ਦੋਸ਼ੀ ਮੰਨਦੇ ਹੋ, ਨਿਰਦੋਸ਼ ਮੰਨਦੇ ਹੋ? ਨਹੀਂ, ਮੈਂ ਦੇਖੋ ਸਿੱਖ ਕੌਮ ਦੇ ਵਿੱਚ ਇੱਕ ਮਸਲਾ ਬਹੁਤ ਹੀ ਭਖਿਆ ਹੋਇਆ ਹੈ ਪਿਛਲੇ ਕਈ ਮਹੀਨਿਆਂ ਤੋਂ। ਮਸਲਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਪਾਵਨ ਸਰੂਪਾਂ ਦਾ। ਗਿਣਤੀ ਹੈ 328, ਵੱਡੀ ਗਿਣਤੀ ਹੈ। ਸਿੱਖ ਕੌਮ ਇਸ ਨੂੰ ਲੈ ਕੇ ਰੋਹ ਦੇ ਵਿੱਚ ਵੀ ਹੈ, ਦੁਖੀ ਵੀ ਹੈ ਕਿ ਆਖਿਰਕਾਰ ਇੰਨੇ ਵੱਡੇ ਪ੍ਰਬੰਧ ਦੇ ਅੰਦਰ 328 ਸਰੂਪ ਲਾਪਤਾ ਕਿਵੇਂ ਹੋ ਗਏ। ਤੇ ਇੱਕ ਸਵਾਲ ਹਾਲੇ ਤੱਕ ਜਿਉਂਦਾ ਤਿਉਂ ਖੜਾ ਹੈ ਕਿ ਉਹ ਲਾਪਤਾ ਪਾਵਨ ਸਰੂਪ ਕਿੱਥੇ ਨੇ ਤੇ ਕੌਣ ਉਹਨਾਂ ਨੂੰ ਲੈ ਕੇ ਗਿਆ। ਇਹ ਸਵਾਲ ਨਹੀਂ ਸੁਲਝ ਰਿਹਾ। ਇਸੇ ਕਰਕੇ ਹਰਮੰਦਰ ਸਾਹਿਬ ਦੇ ਬਾਹਰ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ ਦਾ ਧਰਨਾ ਜਾਰੀ ਹੈ। ਹੁਣ ਤਾਜ਼ਾ ਖਬਰ ਇਹ ਹੈ ਕਿ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਪੂਰੀ ਜਿਹੜੀ ਜਾਂਚ ਰਿਪੋਰਟ ਹੈ, ਮੁਕੰਮਲ ਜਾਂਚ ਰਿਪੋਰਟ ਜਿਹੜੀ 1000 ਪੰਨਿਆਂ ਤੋਂ ਵੱਧ ਦੀ ਹੈ, ਉਸ ਨੂੰ ਜਨਤਕ ਕਰ ਰਹੇ ਹਾਂ। ਅੱਜ ਦੀ ਡੇਟ ਯਾਨੀ ਕਿ 6 ਅਕਤੂਬਰ ਨੂੰ ਉਹ ਐਸਜੀਪੀਸੀ ਦੀ ਵੈਬਸਾਈਟ ਦੇ ਉੱਤੇ ਪੈ ਜਾਏਗੀ ਤੇ ਸਾਰੇ ਉਸ ਨੂੰ ਪੜ੍ਹ ਸਕਦੇ ਨੇ। ਸੋ ਇਸ ਪੂਰੇ ਮਸਲੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੀ ਕੁਝ ਹੋਇਆ ਆਪਾਂ ਸਾਰੇ ਜਾਣਦੇ ਹਾਂ। ਸਾਡੇ ਨਾਲ ਅੱਜ ਖਾਸ ਤੌਰ ਤੇ ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਪਹੁੰਚੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਵਾਂ ਸ਼ਹਿਰ ਤੋਂ ਅਤੇ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਸਰਦਾਰ ਸੁਖਦੇਵ ਸਿੰਘ ਭੌਰ ਜੀ। ਸੁਖਦੇਵ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਹਿਲਾ ਸਵਾਲ ਇਹੀ ਹੈ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਤਨਖਾਹ ਲੱਗੀ ਸੀ ਉਹ ਪੂਰੀ ਹੋ ਚੁੱਕੀ ਹੈ ਸਾਬਕਾ ਅੰਤਰਿੰਗ ਕਮੇਟੀ ਨੂੰ ਜਿਹੜੀ ਲੱਗੀ ਸੀ? ਹਾਂ, ਮੈਂ ਤਾਂ ਬੇਟਾ ਕਰ ਲਈ, ਮੈਂ ਤਾਂ ਆਪਣਾ ਸਹਿਜ ਪਾਠ ਕਰ ਲਿਆ ਜੀ। ਤੇ ਜਿਹੜੀ ਮੈਨੂੰ ਸੇਵਾ ਕਿਹਾ ਸੀ ਗੁਰਦੁਆਰਾ ਸਾਹਿਬ ਜਾ ਕੇ ਕਰਨ ਲਈ ਉਹ ਵੀ ਲਗਾਤਾਰ ਕਰ ਲਈ ਜੀ। ਲੰਗਰ ਛਕਾਉਣ ਦੀ ਸੇਵਾ, ਲੰਗਰ ਵਰਤਾਉਣ ਦੀ ਸੇਵਾ ਉਹ ਵੀ ਕੀਤੀ। ਤੇ ਇੱਕ ਰਹਿ ਗਈ ਆ, ਉਹਨਾਂ ਨੇ ਕਿਹਾ ਸੀ ਵੀ 1 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਅਹੁਦਾ ਨਹੀਂ ਲੈਣਾ ਜੀ। ਉਹ ਮੈਂ ਪਹਿਲਾਂ ਹੀ ਸਾਰੇ ਛੱਡ ਚੁੱਕਾ ਜੀ। ਤੇ ਆਉਣ ਵਾਲੇ ਸਮੇਂ 'ਚ ਵੀ ਮੇਰਾ ਮਨ ਨਹੀਂ ਹੈ ਉਸ ਪਾਸੇ ਦਾ, ਉਹ ਵੀ ਪੂਰੀ ਕਰਾਂਗੇ।
ਜੀ। ਸੋ ਪਰ ਸਾਹਿਬ ਇਹ ਮਸਲਾ ਸੁਲਝ ਨਹੀਂ ਰਿਹਾ ਹਾਲੇ ਤੱਕ, ਉੱਥੇ ਦਾ ਉੱਥੇ ਹੀ ਖੜਾ ਹੈ। ਸਿੱਖਾਂ ਨੂੰ ਜਿਹੜੀ ਜਾਂਚ ਕੀਤੀ ਹੈ ਉਸ ਤੇ ਵੀ ਸਿੱਖ ਕੌਮ ਨੂੰ ਯਕੀਨ ਨਹੀਂ ਹੋ ਰਿਹਾ। ਮਤਲਬ ਕਿਵੇਂ ਇਹ ਜਿਹੜਾ ਧਰਵਾਸ ਹੈ ਸੰਗਤ ਦਾ ਉਹ ਬਣਾਇਆ ਜਾ ਸਕਦਾ ਹੈ? ਕਿਵੇਂ ਇਹ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਮੇਟੀ ਨੂੰ, ਜਿਹਦੇ ਵਿੱਚ ਤੁਸੀਂ ਸਾਰੇ ਸ਼ਾਮਿਲ ਹੋ, ਸਾਰੇ ਜਿਹੜੇ ਹੈਗੇ ਨੇ ਇੱਕ ਮੁਲਜ਼ਮ ਦੇ ਵਾਂਗ ਦੇਖੋ ਇਹਦੇ ਵਿੱਚ ਬੇਟਾ, ਹੈਗੇ ਆ। ਇਹ ਦੋ ਕੇਸ ਨੇ ਜੀ। ਇੱਕ ਕੇਸ ਹੈ ਜਦੋਂ 18 ਮਈ 2016 ਨੂੰ ਸ਼ਾਰਟ ਸਰਕਟ ਹੋਇਆ ਇੱਕ, ਉਹਦੇ ਨਾਲ ਕੁਝ ਸਰੂਪ ਨੁਕਸਾਨੇ ਗਏ, ਬਿਲਕੁਲ ਕੁਝ ਅਗਨ ਭੇਟ ਹੋ ਗਏ ਤੇ ਕੁਝ ਪਾਣੀ ਦੀਆਂ ਵਿਛਾੜਾਂ ਨਾਲ ਬੁਝਾਉਂਦਿਆਂ ਦੇ ਉਹ ਹੋ ਗਏ, ਜੀ ਖਰਾਬ ਹੋ ਗਏ। ਜੀ ਇਹ ਇੱਕ ਅਲੱਗ ਕੇਸ ਹੈ ਜੀ। ਇੱਥੇ ਮੈਂ ਜੇ ਇੱਕ ਸਵਾਲ ਪੁੱਛਾਂ ਵੀ ਉਹ ਸਰੂਪਾਂ ਨੂੰ ਲੈ ਕੇ ਵੀ ਮਸਲਾ ਹੈ 14 ਕਿ 80, ਤੁਸੀਂ ਉਦੋਂ ਜਨਰਲ ਸਕੱਤਰ ਸੀ। ਹਾਂ ਹਾਂ 80 ਸੀਗੇ ਸਰੂਪ। ਦੇਖੋ ਪਹਿਲੀ ਤਾਂ ਗੱਲ ਇਹ ਹੈ ਵੀ ਬਹੁਤ ਸਾਰੇ ਸੱਜਣਾਂ ਨੂੰ ਨਾ ਇਸ ਗੱਲ ਦੀ ਸਮਝ ਨਹੀਂ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਦੀ ਹੈਸੀਅਤ ਕੀ ਹੈ, ਜੀ ਉਹਦੇ ਕੋਲ ਪਾਵਰਸ ਕੀ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ। ਜੀ ਤੇ ਕਈ ਬੰਦੇ ਮੈਂ ਦੇਖਿਆ ਉਹ ਕਮੈਂਟ ਕਰ ਰਹੇ ਆ ਤੇ ਪਰ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਜੀ ਬਿਲਕੁਲ, ਅਸੀਂ ਵੀ, ਮੈਂ ਵੀ ਸੁਣਿਆ ਤੇ ਇੰਦਰਪਾਲ ਸਿੰਘ ਖਾਲਿਸਤਾਨੀ ਨੇ ਕੀਤਾ ਤੁਹਾਡੇ ਉਹ ਵੀ ਤੁਸੀਂ ਸੁਣਿਆ ਜੀ। ਦੇਖੋ ਦਿੱਲੀ ਕਮੇਟੀ ਦਾ ਜਨਰਲ ਸੈਕਟਰੀ, ਉਹਦੇ ਕੋਲ ਆਫਿਸ ਹੈ, ਉਹਦੇ ਕੋਲ ਸਟਾਫ ਹੈ, ਉਹਦੇ ਕੋਲ ਪਾਵਰਸ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਸਾਰੇ ਪ੍ਰਬੰਧ ਦਾ ਮੁਖੀ ਪ੍ਰਧਾਨ ਹੈ ਜੀ, ਤੇ ਐਡਮਿਨਿਸਟ੍ਰੇਟਿਵ ਹੈੱਡ ਜਿਹੜਾ ਆ ਉਹ ਸੈਕਟਰੀ ਹੈ। ਠੀਕ ਹੈ। ਇਹ ਦੋਨੋਂ ਹੀ ਬੰਦੇ ਚਲਾਉਂਦੇ ਆ, ਨਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਕੋਲ ਕੋਈ ਸਟਾਫ ਹੁੰਦਾ, ਨਾ ਦਫ਼ਤਰ ਹੁੰਦਾ, ਨਾ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਕੋਲ, ਨਾ ਜਨਰਲ ਸੈਕਟਰੀ ਕੋਲ। ਜੀ ਅੱਛਾ, ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ ਉਹ ਤਾਂ ਐਜੂਕੇਸ਼ਨ ਕਮੇਟੀ ਦੇ ਵੀ ਮੈਂਬਰ ਹੁੰਦੇ। ਠੀਕ ਹੈ। ਜਨਰਲ ਸੈਕਟਰੀ ਸਿਰਫ ਕੀ ਉਹਦਾ ਰੋਲ ਕੀ ਹੈ ਉੱਥੇ? ਕੀ ਪਾਵਰਸ ਕੀ ਨੇ ਉਹਦੀਆਂ? ਕੋਈ ਉਹ ਕਿਸੇ ਦੀ ਬਦਲੀ ਨਹੀਂ ਕਰ ਸਕਦਾ, ਨਾ ਕਰਵਾ ਸਕਦਾ, ਸਿਰਫ ਪ੍ਰਧਾਨ ਨੂੰ ਕਹਿ ਸਕਦਾ ਹੈ ਨਾ। ਉਹਨੇ ਸਾਲ ਵਿੱਚ ਜਿਹੜਾ ਸਾਰੇ ਮਹਿਕਮਿਆਂ ਦਾ ਸਾਂਝਾ ਬਜਟ ਬਣਿਆ ਹੁੰਦਾ ਉਹ ਬਜਟ ਸਪੀਚ ਪੜ੍ਹਨੀ ਹੁੰਦੀ ਹੈ। ਜੀ ਜੀ। ਹੋਰ ਉਹਦੇ ਕੋਲ ਕੋਈ ਐਡਮਿਨਿਸਟ੍ਰੇਟਿਵ ਪਾਵਰ ਨਹੀਂ, ਕਿਸੇ ਦੀ ਉਹ ਬਦਲੀ ਨਹੀਂ ਕਰਦਾ। ਕਿ ਅੱਛਾ ਕੁਝ ਬੰਦਿਆਂ ਨੂੰ ਇਹ ਵੀ ਹੈ, ਜਿਵੇਂ ਤੁਸੀਂ ਉਸਰਾਰ ਸਾਹਿਬ ਦਾ ਜ਼ਿਕਰ ਕੀਤਾ, ਮੈਂ ਤਾਂ ਕਿਸੇ ਦਾ ਨਾਂ ਲੈ ਕੇ ਨਹੀਂ ਗੱਲ ਕਰਨੀ ਚਾਹੁੰਦਾ, ਮੇਰੇ ਲਈ ਸਾਰੇ ਹੀ ਸਤਿਕਾਰਯੋਗ ਹੈ ਜਿਹੜੇ ਵੀ ਹੈ, ਪਰ ਮੈਂ ਇਹ ਸਮਝਦਾ ਕਿਉਂਕਿ ਬੜਾ ਨਾਜ਼ੁਕ ਮਸਲਾ, ਕੌਮੀ ਹਿੱਤਾਂ ਦੀ ਪਹਿਰੇਦਾਰੀ ਦਾ ਮਸਲਾ, ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਸਲਾ, ਜੀ ਜੀ, ਦੂਸਰਾ ਪੰਥਕ ਸੰਸਥਾ ਦਾ ਮਸਲਾ। ਬਿਲਕੁਲ, ਇਹਦੇ ਤੇ ਐਵੇਂ ਅਣਗਹਿਲੀ 'ਚ ਨਹੀਂ ਕਮੈਂਟ ਕਰਨੇ ਚਾਹੀਦੇ, ਇਹਨੂੰ ਪੜ੍ਹਨਾ ਚਾਹੀਦਾ ਪਹਿਲਾਂ। ਜੀ ਉਹਨਾਂ ਨੇ ਅਸਲ ਦੇ ਵਿੱਚ ਨਾ ਤੁਹਾਡੀ ਰਿਪੋਰਟ ਦੇ ਵਿੱਚ ਜਿਹੜਾ ਤੁਹਾਡਾ ਬਿਆਨ ਹੈ ਉਸ ਨੂੰ ਆਧਾਰ ਬਣਾਇਆ, ਉਹਨਾਂ ਨੇ ਪੜ੍ਹ ਲਿਆ, ਠੀਕ ਹੈ, ਮੈਨੂੰ ਕੋਈ ਗੱਲ ਨਹੀਂ। ਦੇਖੋ ਉਹਨਾਂ ਨੇ ਤਾਂ ਇਹ ਵੀ ਕਿਹਾ ਜੀ ਉਹ 12 ਵਜੇ ਪਹੁੰਚੇ, ਹੁਣ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਨਾ ਹੈ, ਉਹਨਾਂ ਨੇ ਪੜ੍ਹਿਆ ਨਹੀਂ, ਉਹਨਾਂ ਦਾ ਕੋਈ ਕਸੂਰ ਥੋੜੀ ਹੈ, ਉਹਨਾਂ ਨੇ ਪੜ੍ਹਿਆ ਨਹੀਂ ਵੀ ਜਨਰਲ ਸੈਕਟਰੀ ਦਾ ਦਫ਼ਤਰ ਥੋੜੀ ਹੁੰਦਾ, ਕੋਈ ਜਨਰਲ ਸੈਕਟਰੀ ਅੰਮ੍ਰਿਤਸਰ ਥੋੜੀ ਬੈਠਾ ਹੁੰਦਾ। ਜਿਹੜੀ ਦਫ਼ਤਰੀ ਐਡਮਿਨਿਸਟ੍ਰੇਸ਼ਨ ਹੈ ਹੋਰ ਤਰੀਕਿਆਂ ਨਾਲ ਚੱਲਦੀ ਹੈ। ਦਫ਼ਤਰੀ ਸੈਕਟਰੀ ਕਿਵੇਂ ਚੱਲਦੀ ਹੈ ਮੈਂ ਤੁਹਾਨੂੰ ਸਮਝਾ ਦਿੰਦਾ, ਬਾਕੀਆਂ ਦੀ ਵੀ ਜਾਣਕਾਰੀ ਲਈ ਹੋ ਜੂ। ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਮਹਿਕਮੇ, ਠੀਕ ਹੈ, ਜਿਵੇਂ ਧਰਮ ਪ੍ਰਚਾਰ ਕਮੇਟੀ ਹੈ, ਐਜੂਕੇਸ਼ਨ ਹੈ, ਪਬਲੀਕੇਸ਼ਨ ਹੈ, ਪਬਲਿਸਿਟੀ ਹੈ, ਫਿਰ ਸੈਕਸ਼ਨ 85 ਹੈ, ਸੈਕਸ਼ਨ 87 ਹੈ, ਫਿਰ ਟਰਸਟ ਨੇ, ਫਿਰ ਅੱਗੇ ਆ ਕੇ ਤੁਹਾਡਾ ਉਹ ਹੈਗਾ ਵਿਦਿਅਕ ਅਦਾਰੇ ਨੇ, ਐਜੂਕੇਸ਼ਨ ਹੈ, ਸਾਰਾ ਹੈਗਾ। ਇਹ ਚੱਲਦੇ ਕਿੱਦਾਂ ਨੇ, ਇਹਨਾਂ ਦੇ ਰਿਸਪੌਂਸਿਬਿਲਟੀਜ਼ ਕਿੱਦਾਂ ਫਿਕਸ ਹੋਣੀ। ਹਰ ਡਿਪਾਰਟਮੈਂਟ ਦੇ ਵਿੱਚ ਕਲੈਰੀਕਲ ਸਟਾਫ ਹੈ, ਕਲੈਰੀਕਲ ਸਟਾਫ ਦੇ ਉੱਤੇ ਉਹਨਾਂ ਦਾ ਸੁਪਰਵਾਈਜ਼ਰ ਹੈ, ਸੁਪਰਵਾਈਜ਼ਰ ਦੇ ਉੱਪਰ ਸੁਪਰਡੈਂਟ ਹੈ, ਸੁਪਰਡੈਂਟ ਦੇ ਉੱਪਰ ਫਿਰ ਡਿਪਟੀ ਸੈਕਟਰੀ ਹੈ, ਡਿਪਟੀ ਸੈਕਟਰੀ ਦੇ ਉੱਪਰ ਫਿਰ ਸੈਕਟਰੀ ਹੈ, ਐਡੀਸ਼ਨਲ ਸੈਕਟਰੀ ਹੈ, ਐਡੀਸ਼ਨਲ ਸੈਕਟਰੀ ਦੇ ਉੱਪਰ ਸੈਕਟਰੀ ਹੈ। ਜੀ, ਹਰ ਡਿਪਾਰਟਮੈਂਟ ਆਪਣੇ ਸੈਕਟਰੀ ਨੂੰ ਜਵਾਬਦੇ ਹੈ, ਠੀਕ ਹੈ, ਥੱਲਿਓਂ ਲੈ ਕੇ, ਤੇ ਸੈਕਟਰੀ ਪ੍ਰਧਾਨ ਨੂੰ ਜਵਾਬਦੇ ਹੈ, ਠੀਕ ਹੈ। ਤੇ ਉਹ ਫਿਰ ਜਿਹੜਾ ਜਿਸ ਡਿਪਾਰਟਮੈਂਟ ਦਾ ਕੰਮ ਹੈ, ਹੁਣ ਜਿਵੇਂ ਕੁਝ ਬੰਦੇ ਇਹ ਗੱਲ ਕਹਿ ਰਹੇ ਜੀ ਐਗਜ਼ੈਕਟਿਵ ਕੀ ਕਰਦੀ ਸੀ, ਅਹੁਦੇਦਾਰ ਕੀ ਕਰਦੇ ਸੀ, ਇਹ ਕਿਉਂ ਨਹੀਂ ਗਏ ਜੀ, ਇਹ ਸਦਾ ਨਹੀਂ ਉੱਥੇ ਰਹਿੰਦੇ। ਕੋਈ ਕਰਨਾਲ ਰਹਿੰਦਾ, ਕੋਈ ਚੰਡੀਗੜ੍ਹ ਰਹਿੰਦਾ, ਕੋਈ ਬਠਿੰਡੇ ਰਹਿੰਦਾ, ਜੀ ਜੀ, ਕੋਈ ਕਿਤੇ ਰਹਿੰਦਾ। ਇਹ ਇਹਨਾਂ ਦਾ ਕੰਮ ਡੇਲੀ ਐਡਮਿਨਿਸਟ੍ਰੇਸ਼ਨ 'ਚ ਦਖਲ ਥੋੜੀ ਦੇਣਾ ਹੁੰਦਾ। ਜੀ ਜੀ। ਜੇ ਆਪਾਂ ਉਸੇ ਦਿਨ ਦੀ ਗੱਲ ਕਰ ਲਈਏ ਪਰ ਸਾਹਿਬ, ਜਿਸ ਦਿਨ ਵਾਪਰੀ ਸੀ ਘਟਨਾ 18 ਮਈ 2016 ਨੂੰ, ਇਹਦੇ ਸਵੇਰੇ 6 ਵਜੇ ਘਟਨਾ ਵਾਪਰੀ ਤੇ ਐਗਜ਼ੈਕਟਿਵ ਹੈ ਸਾਰੀ ਪ੍ਰਧਾਨ ਸਮੇਤ, ਤੇ ਤੁਸੀਂ 12 ਵਜੇ ਪਹੁੰਚਦੇ ਹੋ। ਮੈਂ ਉਹੀ ਤੁਹਾਨੂੰ ਦੱਸਣਾ, ਤੁਸੀਂ ਕੀ ਹੋਇਆ ਸੀ ਉਸ ਦਿਨ, ਤੁਸੀਂ ਕਿੱਥੇ ਸੀ, ਉਹ ਸਾਰਾ ਮੈਂ ਤੁਹਾਨੂੰ ਇਹੀ ਗੱਲ ਦੱਸਦਾ। ਦੇਖੋ ਇੱਕ ਤਾਂ ਇਹ ਗੱਲ ਹੈ ਵੀ ਸਾਰੀ ਐਗਜ਼ੈਕਟਿਵ ਅੰਮ੍ਰਿਤਸਰ ਨਹੀਂ ਰਹਿੰਦੀ, ਠੀਕ ਹੈ, ਉਹ ਆਪਣੇ ਆਪਣੇ ਘਰਾਂ 'ਚ ਰਹਿੰਦੇ ਆ। ਦਫ਼ਤਰੀ ਕੰਮ ਕਿਵੇਂ ਚੱਲਦਾ ਮੈਂ ਤੁਹਾਨੂੰ ਦੱਸ ਹਟਿਆ। ਹਾਂਜੀ, ਇਹ ਦਫ਼ਤਰਾਂ ਦਾ ਕੰਮ ਹੁੰਦਾ, ਉਹਨਾਂ ਨੇ ਕਿਵੇਂ ਚਲਾਉਣਾ। ਜੇ ਇਹ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾ ਕੋਈ ਅਹੁਦੇਦਾਰ, ਨਾ ਕੋਈ ਐਗਜ਼ੈਕਟਿਵ ਮੈਂਬਰ ਤੇ ਨਾ ਕੋਈ ਜਨਰਲ ਮੈਂਬਰ, ਇਹ ਕੋਈ ਤਨਖਾਹ ਨਹੀਂ ਲੈਂਦੇ। ਅੱਛਾ, ਇਹਨਾਂ ਨੂੰ ਕੋਈ ਇੱਕ ਪੈਨੀ ਦੀ ਤਨਖਾਹ ਨਹੀਂ ਮਿਲਦੀ, ਇਹ ਸਿਰਫ ਆਪਣੀਆਂ ਗੱਡੀਆਂ ਆਪੇ ਹੀ ਭੰਨ ਕੇ ਤੇ ਸੇਵਾ ਜੀ ਕਰਦੇ ਆ। ਜੀ, ਤੁਹਾਡੇ ਤੇ ਵੀ ਇਹ ਇਲਜ਼ਾਮ ਵੀ ਲਾਇਆ ਵੀ ਤੁਸੀਂ ਗੱਡੀਆਂ ਵਰਤੀਆਂ। ਮੈਂ ਤਾਂ 25 ਸਾਲ 'ਚ ਨਾ ਸ਼੍ਰੋਮਣੀ ਕਮੇਟੀ ਦੀ ਗੱਡੀ ਲਈ ਹੈ, ਨਾ ਤੇਲ ਪੋਇਆ, ਨਾ ਕੋਈ DATA ਲਿਆ। ਮੈਂ ਐਕਟਿੰਗ ਪ੍ਰਧਾਨ ਵੀ ਰਿਹਾ।
ਜੀ ਕਦੇ ਨਹੀਂ ਤੁਸੀਂ ਅੱਜ ਤੱਕ? ਅੱਜ ਤੱਕ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਡੀ ਨਹੀਂ ਲਈ ਜੀ। ਆਪਣੀਆਂ ਗੱਡੀਆਂ, ਆਪਣਾ ਹੀ ਤੇਲ, ਸਾਰਾ ਕੁਝ ਆਪਣਾ ਹੀ ਵਰਤਦਾ ਰਿਹਾ। ਉਹਨਾਂ ਨੇ ਤਾਂ ਵਿਚਾਰਿਆਂ ਨੇ ਉਹਦਾ ਸਰਾ ਸਿਮਰਨਜੀਤ ਸਿੰਘ ਮਾਨ ਦਾ ਨਾਮ ਵੀ ਲਿਆ ਤਾਂ ਉਹ ਜਨਰਲ ਹਾਊਸ ਦੇ ਮੈਂਬਰ ਵੀ ਨਹੀਂ। ਹਾਂਜੀ, ਉਹ ਵੀ ਕਹਿ ਰਹੇ ਨੇ ਕਿ ਉਸ ਸਮੇਂ ਸੀਗੇ ਅੰਤਰਿੰਗ ਕਮੇਟੀ ਦੇ ਵਿੱਚ। ਉਹਨਾਂ ਨੇ ਤਾਂ ਉਹ ਇੱਕ ਜਿਹੜਾ ਸਕੱਤਰ ਸਿੰਘ ਹੈ ਉਹਨਾਂ ਦਾ ਨਾਮ ਲਿਆ ਔਰ ਉਹਨਾਂ ਨੇ ਕਿਹਾ ਵੀ ਉਹ ਗੁਰਦੁਆਰਾ ਸਾਹਿਬ ਦਾ ਹੈੱਡ ਗ੍ਰੰਥੀ ਹੈ। ਉਹ ਸਕੱਤਰ ਸਿੰਘ ਫਲਾਈਂਗ ਦਾ ਇੰਚਾਰਜ ਹੈ। ਠੀਕ ਹੈ। ਸਕੱਤਰ ਸਿੰਘ ਹੀ ਮੌਕੇ ਤੇ ਗਿਆ ਸੀ ਪਹਿਲਾਂ। ਚਲੋ ਸੁਪਰ ਸਾਹਿਬ ਉਸ ਦਿਨ ਕੀ ਹੋਇਆ ਸੀ ਉਹ ਤੁਸੀਂ ਜ਼ਰੂਰ ਦੱਸੋ। ਹੁਣ ਮੈਂ ਉਹ ਤੁਹਾਨੂੰ ਦੱਸਣ ਲੱਗਾ ਆਪਦੀ ਜ਼ੁਬਾਨੀ। ਅੱਛਾ, ਸਾਡਾ ਕੰਮ ਇਹ ਹੁੰਦਾ ਹੈ ਵੀ ਅਸੀਂ ਜਦੋਂ ਮੀਟਿੰਗ ਕਾਲ ਕਰਦਾ ਪ੍ਰਧਾਨ, ਅਸੀਂ ਉਸੇ ਵੇਲੇ ਜਾਣਾ ਹੁੰਦਾ। ਠੀਕ ਹੈ। ਮੀਟਿੰਗ ਜ਼ਰੂਰੀ ਨਹੀਂ ਅੰਮ੍ਰਿਤਸਰ ਹੋਵੇ, ਕਈ ਵਾਰੀ ਪਟਿਆਲੇ ਹੁੰਦੀ ਹੈ, ਕਈ ਵਾਰੀ ਅਨੰਦਪੁਰ ਸਾਹਿਬ ਹੁੰਦੀ ਹੈ, ਕਈ ਵਾਰੀ ਫਤਿਹਗੜ੍ਹ ਸਾਹਿਬ ਹੁੰਦੀ ਹੈ, ਦੂਰ ਦੂਰ ਕਿਤੇ ਵੀ ਹੋ ਸਕਦੀ। ਹਾਂਜੀ। ਉਸ ਦਿਨ ਮੀਟਿੰਗ ਜਿਹੜੀ ਸੀ 19 ਤਰੀਕ ਦੀ ਮੀਟਿੰਗ ਸੀ। ਠੀਕ ਹੈ। 19 ਤਰੀਕ 19/5/2016 ਹੈ ਨਾ। ਮੈਂ ਤੁਹਾਡੀ ਗਿਆਤ ਲਈ ਦੱਸ ਦਿਆਂ ਵੀ ਜਦੋਂ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਹੈ ਮਹਾਰਾਜ ਦੀ, ਹਾਂਜੀ, ਔਰ ਮਿੱਥ ਕੇ ਬੇਅਦਬੀ ਹੋਈ, 2 ਸਿੰਘ ਸ਼ਹੀਦ ਹੋ ਗਏ ਪੰਜਾਬ ਪੁਲਿਸ ਦੀ ਗੋਲੀ ਨਾਲ। ਮੈਂ ਤਾਂ ਉਹਦੇ ਰੋਸ ਵਜੋਂ ਅਸਤੀਫਾ ਦੇ ਦਿੱਤਾ ਸੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ, ਬਿਲਕੁਲ ਮੁੱਢਲੀ ਮੈਂਬਰਸ਼ਿਪ ਤੋਂ ਵੀ। 14 ਅਕਤੂਬਰ 2015 ਦੀ ਘਟਨਾ ਤੇ ਮੈਂ 18 ਅਕਤੂਬਰ 2015 ਦੀ ਸਾਡੀ ਮੀਟਿੰਗ ਸੀ ਫਤਿਹਗੜ੍ਹ ਸਾਹਿਬ, ਜਿਹਦੇ 'ਚ ਮੈਂ ਉਹ 2 ਸ਼ਹੀਦਾਂ ਦੇ ਲਈ 10-10 ਲੱਖ ਰੁਪਈਆ ਪ੍ਰਵਾਨ ਕਰਵਾਇਆ। ਜ਼ਖਮੀਆਂ ਦੇ ਇਲਾਜ ਦੀ ਗੱਲ ਕੀਤੀ ਸੀ, ਉਹ ਲਾਗੂ ਅੱਜ ਤੱਕ ਨਹੀਂ ਹੋਇਆ। ਯੂਨੈਨਿਮਸਲੀ ਪਾਸ ਕਰਵਾ ਲਿਆ ਸੀ ਮੈਂ। ਠੀਕ ਹੈ। ਉਦਣੇ ਮੈਂ ਅਸਤੀਫਾ ਦੇ ਦਿੱਤਾ ਸੀ ਅਕਾਲੀ ਦਲ ਦੇ ਅਹੁਦਿਆਂ ਤੋਂ। ਮੈਂ ਸ਼੍ਰੋਮਣੀ ਕਮੇਟੀ ਵਿੱਚ ਸਿਰਫ ਸੁਪਰੀਮ ਕੋਰਟ ਦੇ ਇੱਕ ਹੁਕਮ ਮੁਤਾਬਕ ਬੈਠਾ ਸੀ, ਕਿਉਂਕਿ ਸੁਪਰੀਮ ਕੋਰਟ ਦਾ ਆਰਡਰ ਸੀ ਵੀ ਜਦੋਂ ਤੱਕ ਨਵਾਂ ਪ੍ਰਬੰਧ ਨਹੀਂ ਹੁੰਦਾ ਇਹ ਪਿਛਲੀ ਐਗਜ਼ੈਕਟਿਵ ਕਮੇਟੀ ਹੀ ਕੰਮ ਚਲਾਏ ਜੀ। ਮੈਂ ਮੁੱਖ ਤੌਰ ਤੇ ਜੇ ਕਹਿ ਲਾਂ ਮੈਂ ਵਿਰੋਧੀ ਧਿਰ ਵਿੱਚ ਸੀ। ਠੀਕ ਹੈ। ਅੱਛਾ, ਜਦੋਂ ਮੈਂ ਮੀਟਿੰਗ ਤੇ ਗਿਆ 19 ਤਰੀਕ ਦੀ ਮੀਟਿੰਗ ਸੀ, ਮੈਂ ਮੀਟਿੰਗ 'ਚ ਗਿਆ ਤੇ ਮੇਰੇ ਖਿਆਲ 11:30-12 ਵਜੇ ਦਾ ਟਾਈਮ ਸੀਗਾ। ਘਟਨਾ 19 ਤਰੀਕ ਸਵੇਰ ਦੀ ਹੈ। 19 ਤਰੀਕ ਸਵੇਰ ਦੀ ਹੈ। ਠੀਕ ਹੈ। 18 ਤੇ 19 ਰਾਤ ਦੀ ਘਟਨਾ। 19 ਨੂੰ ਹੀ ਮੀਟਿੰਗ ਬੁਲਾਈ। ਹਾਂਜੀ, 19 ਦੀ ਮੀਟਿੰਗ ਆਲਰੇਡੀ ਹੁੰਦੀ ਹੈ। ਪਹਿਲਾਂ ਉਹ ਨੋਟਿਸ ਦੇ ਕੇ ਨਾ ਜੀ ਮੀਟਿੰਗ ਦਾ ਨੋਟਿਸ ਆਇਆ ਹੋਇਆ ਸੀ। ਇਹਦਾ ਤਾਂ ਪਤਾ ਨਹੀਂ ਸੀ ਵੀ ਇਹ ਘਟਨਾ ਘਟ ਜਾਣੀ। ਠੀਕ ਹੈ। ਮੈਂ ਜਦੋਂ ਮੀਟਿੰਗ ਹਾਲ 'ਚ ਗਿਆ ਤਾਂ ਉੱਥੇ ਕੋਈ ਬੰਦਾ ਨਹੀਂ ਸੀ, 4-5 ਮੁਲਾਜ਼ਮ ਬੈਠੇ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਮੀਟਿੰਗ ਕਿਉਂ ਨਹੀਂ ਸ਼ੁਰੂ ਕਰਦੇ, ਤੇ ਉਹਨਾਂ ਨੇ ਮੈਨੂੰ ਇਸ ਘਟਨਾ ਬਾਰੇ ਦੱਸਿਆ ਵੀ ਆ ਇਸ ਤਰ੍ਹਾਂ ਹੋਇਆ ਵੀ ਇੱਕ ਏਸੀ ਸ਼ਾਰਟ ਸਰਕਟ ਹੋਣ ਨਾਲ ਮਹਾਰਾਜ ਦੇ ਸਰੂਪ ਅਗਨ ਭੇਟ ਹੋ ਗਏ। ਅੱਛਾ, ਉੱਥੇ ਜਾ ਕੇ ਤੁਹਾਨੂੰ ਪਤਾ ਲੱਗਾ? ਜਾ ਕੇ ਪਤਾ ਲੱਗਾ। ਅੱਛਾ। ਮੈਂ ਜਦੋਂ ਗਿਆ ਅੰਦਰ ਮੀਟਿੰਗ ਹਾਲ 'ਚ ਮੈਨੂੰ ਜਾ ਕੇ ਪਤਾ ਲੱਗਾ, ਉਹਨਾਂ ਨੇ ਕਿਹਾ ਵੀ ਅਗਨ ਭੇਟ ਹੋ ਗਿਆ ਸਰੂਪ ਤੇ ਮੀਟਿੰਗ ਕੈਂਸਲ ਕਰਤੀ। ਅੱਛਾ। ਮੈਂ ਕਿਹਾ ਕਿੱਥੇ ਆ ਪ੍ਰਧਾਨ ਜੀ, ਕਿੱਥੇ ਆ? ਕਹਿੰਦੇ ਆਪਣੇ ਦਫ਼ਤਰ ਬੈਠੇ। ਫਿਰ ਮੈਂ ਦਫ਼ਤਰ 'ਚ ਗਿਆ ਤੇ ਇਹ ਸਾਰੇ ਜਣੇ ਬੈਠੇ ਸੀ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਜੂਨੀਅਰ ਵਾਈਸ ਪ੍ਰੈਜ਼ੀਡੈਂਟ, 5-4 ਮੈਂਬਰ ਬੈਠੇ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਹੋਇਆ ਜੀ, ਕਿਸ ਤਰ੍ਹਾਂ ਹੋਇਆ, ਤੇ ਉਹਨਾਂ ਨੇ ਮੈਨੂੰ ਸਾਰੇ ਹਾਲਾਤ ਦੱਸੇ। ਠੀਕ ਹੈ। ਦੱਸਣ ਤੋਂ ਬਾਅਦ ਮੈਂ ਕਿਹਾ ਜੀ ਚਲੋ ਸਾਨੂੰ ਮੌਕਾ ਦਿਖਾਓ। ਜੀ। ਕੀ ਦੱਸਿਆ ਉਹਨਾਂ ਨੇ ਤੁਹਾਨੂੰ, ਕਿਵੇਂ ਹੋਇਆ? ਉਹਨਾਂ ਨੇ ਮੈਨੂੰ ਕਿਹਾ ਵੀ ਇੱਕ ਏਸੀ ਜਿਹੜਾ ਉਹ ਹੀਟ ਅਪ ਹੋ ਕੇ ਸ਼ਾਰਟ ਸਰਕਟ ਕਰ ਗਿਆ। ਠੀਕ ਹੈ। ਤੇ ਮੈਂ ਕਿਹਾ ਚਲੋ ਸਾਨੂੰ ਮੌਕਾ ਦਿਖਾ ਲਓ। ਅਸੀਂ ਇਕੱਠੇ ਮੌਕਾ ਦੇਖਣ ਚਲੇ ਗਏ ਸਾਰੇ ਜਣੇ। ਸਾਰੀ ਅੰਤਰਿੰਗ ਕਮੇਟੀ ਸੀ? ਨਹੀਂ, ਅੰਤਰਿੰਗ ਕਮੇਟੀ ਦੇ ਸਾਰੇ ਮੈਂਬਰ ਨਹੀਂ ਸੀ, ਥੋੜੇ ਸੀ। ਚੀਫ ਸੈਕਟਰੀ ਸੀ ਡਾਕਟਰ ਰੂਪ ਸਿੰਘ ਸੀਗਾ, ਇੱਕ ਬਲਵਿੰਦਰ ਸਿੰਘ ਜੌੜਾ ਸੀ, ਮਹਿਤਾ ਸਾਹਿਬ ਸੀਗੇ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਜੂਨੀਅਰ ਵਾਈਸ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਸੀਗੇ, ਪ੍ਰਧਾਨ ਸਾਹਿਬ ਵੀ ਸੀ। ਹਾਂ, ਉਹ ਵੀ ਨਾਲ ਸੀ। ਹਾਂਜੀ, ਅਸੀਂ ਗਏ ਜਦੋਂ ਤੇ ਸਾਡੇ ਜਾਂਦਿਆਂ ਨੂੰ ਸਾਰਾ ਕੁਝ ਉਹਨਾਂ ਨੇ ਸਮੇਟ ਲਿਆ ਸੀ। ਅੱਛਾ। ਪਬਲਿਕੇਸ਼ਨ ਬਿਊਰੋ ਦੇ ਮੁਲਾਜ਼ਮਾਂ ਸਾਰਾ ਕੁਝ ਧੋ ਕੇ ਸਾਫ਼ ਕਰ ਦਿੱਤਾ ਸੀ ਉਹਨਾਂ ਨੇ, ਬਿਲਕੁਲ ਕੋਈ ਉੱਥੇ ਅੱਗ ਨਹੀਂ ਸੀ, ਕੋਈ ਕੁਝ ਨਹੀਂ ਸੀ। ਤੇ ਕੁਝ ਸਰੂਪਾਂ ਦੀ ਰਾਖ ਤੇ ਭੇਜੇ ਹੋਏ ਸਰੂਪ 2-3 ਪਲੰਘਾਂ ਦੇ ਉੱਤੇ ਰੱਖੇ ਹੋਏ ਸੀ, ਉੱਪਰ ਚਿੱਟੇ ਕੱਪੜੇ ਪਾਏ ਹੋਏ ਸੀ। ਜੀ। ਕਿੰਨੇ ਸੀ ਸਰੂਪ? ਉਹਦੀ ਗਿਣਤੀ ਨਹੀਂ ਕੋਈ ਕੀਤੀ ਨਹੀਂ ਜਾ ਸਕਦੀ ਕਿੰਨੇ ਸੀਗੇ, ਕਿਵੇਂ ਉੱਦਾਂ ਹੀ ਉਹਨਾਂ ਨੇ ਪੰਡ ਜੀਆਂ ਬੰਨ ਕੇ ਨਾ ਵਿੱਚ ਕੁਝ ਗੁਟਕੇ ਵੀ ਸੀਗੇ, ਹੋਰ ਵੀ ਸਾਰਾ ਸਮਾਨ ਸੀ ਰੱਖੇ ਹੋਏ ਸੀ। ਠੀਕ ਹੈ। ਤੇ ਅਸੀਂ ਦੇਖਿਆ, ਦੇਖਣ ਤੋਂ ਬਾਅਦ ਅਸੀਂ ਸਾਰਾ ਦੇਖਿਆ ਤੇ ਮੈਂ ਕਿ ਪ੍ਰਧਾਨ ਜੀ ਨੂੰ ਮੈਂ ਕਿਹਾ ਜੀ ਉੱਪਰਲੇ ਫਲੋਰਾਂ ਚਲੋ ਉੱਥੇ ਵੀ ਦੇਖਣਾ। ਦੇਖੋ ਇਹ ਐਡੀ ਦੁਖਦਾਈ ਘਟਨਾ ਸੀ। ਆਪਾਂ ਇਹਦੇ ਤੇ ਪੋਲੀਟੀਕਲ ਜਿੰਨਾ ਮਰਜ਼ੀ ਹੋਈ ਜਾਈਏ, ਜਿੰਨਾ ਮਰਜ਼ੀ ਬੋਲੀ ਜਾਈਏ, ਹਾਂਜੀ, ਵਿਰੋਧ ਲਈ ਵਿਰੋਧ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ। ਜਦੋਂ ਕੌਮੀ ਹਿੱਤ ਹੋਣ ਤਾਂ ਉਸ ਵੇਲੇ ਵਿਰੋਧ ਵੀ ਸੋਚ ਸਮਝ ਕੇ ਕਰਨਾ ਚਾਹੀਦਾ ਜੀ। ਅੱਛਾ, ਜੇ ਇਹ ਘਟਨਾ ਮੈਂ ਸਮਝਦਾ ਜਿਹੜੇ ਉਸ ਵੇਲੇ ਮੌਕੇ ਤੇ ਮੌਜੂਦ ਬੰਦੇ ਸੀ, ਮੁਲਾਜ਼ਮ ਸੀ ਜਾਂ ਇੱਕ ਬਾਬਾ ਜੀ ਕਾਰ ਸੇਵਾ ਵਾਲੇ ਸੀ, ਹਾਂਜੀ, ਜੇ ਉਹ ਮਿਹਨਤ ਨਾ ਕਰਦੇ ਤੇ ਇਹ ਸਾਰੀ ਦੀ ਸਾਰੀ ਬਿਲਡਿੰਗ, ਸਾਰੇ ਸਰੂਪ ਸੜ ਕੇ ਸੁਆਹ ਹੋ ਸਕਦੇ ਸੀ। ਅੱਛਾ। ਉਹਨਾਂ ਨੇ ਵਿਚਾਰਿਆਂ ਨੇ ਇੰਨੀ ਮਿਹਨਤ ਨਾਲ ਉਸ ਸੈਕਸ਼ਨ ਨੂੰ ਲਿਮਿਟਾਈਜ਼ ਕੀਤਾ ਔਰ ਉਸੇ ਇੱਕ ਕਾਰਨਰ ਦੇ ਵਿੱਚੋਂ ਅੱਗ ਨਹੀਂ ਅੱਗੇ ਵਧਣ ਦਿੱਤੀ। ਠੀਕ ਹੈ, ਨਹੀਂ ਤਾਂ ਨੁਕਸਾਨ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਅੱਛਾ, ਚਲੋ ਅਸੀਂ ਉੱਪਰ ਗਏ, ਅਸੀਂ ਉੱਪਰ ਚਲੇ ਗਏ। ਮੈਂ ਮੱਕੜ ਸਾਹਿਬ ਨੂੰ ਦਿਖਾਇਆ, ਮੈਂ ਕਿਹਾ ਦੇਖੋ ਜੀ ਆ ਜਿਹੜੇ ਅਨਬਾਈਂਡਡ ਅੰਗ ਹੈ ਇਹ ਉੱਦਾਂ ਹੀ ਖਿਲਾਰੇ ਹੋਏ ਆ, ਇਹਨਾਂ ਦੇ ਉੱਤੇ ਬਹੁਤ ਸਾਰੀ ਮਿੱਟੀ ਜੰਮੀ ਹੋਈ ਹੈ, ਇਹਦਾ ਕੋਈ ਪ੍ਰਬੰਧ ਕਰੋ ਜੀ। ਇਹ ਤਾਂ ਬੇਅਦਬੀ ਜਿਹੜੀ ਉਹ ਤਾਂ ਕੁਦਰਤੀ ਹੋ ਗਈ, ਇਹਦਾ ਕੀ ਕਰਾਂਗੇ ਆਪਾਂ?
ਹਾਂਜੀ, ਮਤਲਬ ਜਿਹੜੇ ਅਨਬਾਈਂਡਡ, ਮਤਲਬ ਜਿਹੜੇ ਉੱਥੇ ਛਪਦੇ ਸੀ, ਹਾਂਜੀ, ਛਪਾਈ ਹੁੰਦੀ ਸੀ, ਜਦੋਂ ਛਪ ਜਾਂਦੇ ਨਾ ਅੰਗ ਅਨਬਾਈਂਡਡ ਹੁੰਦੇ ਆ, ਉਹਨਾਂ ਨੂੰ ਰੱਖ ਲੈਂਦੇ, ਫਿਰ ਉਹਨਾਂ ਨੂੰ ਜਦੋਂ ਕੱਚੀ ਬਾਈਂਡਿੰਗ ਪਹਿਲਾਂ ਕਰਦੇ, ਪ੍ਰੂਫ ਰੀਡਿੰਗ ਤੋਂ ਬਾਅਦ ਫਿਰ ਪੱਕੀ ਬਾਈਂਡਿੰਗ ਹੁੰਦੀ। ਠੀਕ ਹੈ। ਅੱਛਾ, ਮੈਂ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਤੇ ਉਹ ਥੋੜਾ ਜਿਹਾ, ਕਿਉਂਕਿ ਮੈਂ ਵਿਰੋਧੀ, ਉਹਨਾਂ ਨੂੰ ਲੱਗਦਾ ਸੀ ਵੀ ਵਿਰੋਧੀ ਸੁਰ 'ਚ ਬੋਲ ਰਿਹਾ। ਹਾਂਜੀ। ਉਹਨਾਂ ਨੇ ਕਿਹਾ ਤੁਹਾਡੀ ਕਮੇਟੀ ਬਣਾਉਣੇ, ਤੁਸੀਂ ਦੱਸੋ ਕੀ ਕਰੀਏ। ਮੈਂ ਕਿਹਾ ਜੀ ਲਾਓ ਮੇਰੇ ਨਾਲ ਜਿਹੜੇ ਬੰਦੇ ਲਾਉਣੇ। ਹਾਂਜੀ, ਨਹੀਂ ਪਰ ਸਭ ਉੱਥੇ ਮਤਲਬ ਜੇ ਤੁਸੀਂ ਕਹਿ ਰਹੇ ਹੋ ਮਿੱਟੀ ਪਈ ਹੋਈ ਸੀ ਕਿ ਬਿਨਾਂ ਟੱਕੇ ਰੱਖੇ ਹੋਏ ਸੀ? ਮਤਲਬ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਮਰਜ਼ਾਦਾ ਦੇ ਮੁਤਾਬਕ ਨਹੀਂ ਸੀ। ਅੱਛਾ। ਜਿਹੜਾ ਸਾਰਿਆਂ ਨੇ ਮਹਿਸੂਸ ਕੀਤਾ ਵੀ ਇਹ ਗਲਤ ਹੋ ਰਿਹਾ। ਠੀਕ ਤੇ ਹੈ। ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਦਾ ਪ੍ਰਬੰਧ ਵੀ ਕਰੋ। ਤੇ ਉਹਨਾਂ ਨੇ ਕਿਹਾ ਵੀ ਚਲੋ ਤੁਹਾਡੀ ਕਮੇਟੀ ਬਣਾਉਣੇ। ਸਾਡੀ ਕਮੇਟੀ ਬਣਾਈ, ਮੇਰੇ ਨਾਲ ਰਘੂਜੀਤ ਸਿੰਘ ਵਿਰਕ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਯੂਨੀਅਨ ਵਾਈਸ ਪ੍ਰੈਜ਼ੀਡੈਂਟ ਕੇਵਲ ਸਿੰਘ ਬਾਦਲ, ਹਾਂਜੀ, ਮਹਿਤਾ ਸਾਹਿਬ, ਤੇ ਫਿਰ ਆਪਣੇ ਡਾਕਟਰ ਰੂਪ ਸਿੰਘ ਤੇ ਬਲਵਿੰਦਰ ਸਿੰਘ ਜੌੜਾ, ਇਹ ਕੋਆਰਡੀਨੇਟਰ ਬਣਾਏ। ਠੀਕ ਹੈ। ਤੇ ਇਹ ਪ੍ਰਧਾਨ ਜੀ ਆ ਗਏ। ਅਸੀਂ ਉੱਥੇ ਬੈਠ ਕੇ ਸਾਰਾ ਫਿਰ ਪਲਾਨ ਆਊਟ ਕਰਕੇ ਉਹਨੂੰ ਰਿਪੋਰਟ ਲਿਖੀ ਅਸੀਂ, ਕਿਉਂਕਿ ਮੀਟਿੰਗ 19 ਦੀ ਕੈਂਸਲ ਕਰਕੇ 26 ਦੀ ਕਰਤੀ ਸੀ, ਹਫਤਾ ਬਾਅਦ ਕਰਤੀ ਸੀ। ਠੀਕ ਹੈ। ਤੇ ਪ੍ਰਧਾਨ ਜੀ ਨੇ ਮੈਨੂੰ ਕਿਹਾ ਵੀ 26 ਤੱਕ ਰਿਪੋਰਟ ਆ ਜੂ। ਮੈਂ ਕਿਹਾ ਜੀ ਅਸੀਂ ਰਿਪੋਰਟ ਅੱਜ ਹੀ ਸਬਮਿਟ ਕਰਾ ਦੇਣੀ ਹੈ। ਅੱਛਾ। 26 ਨੂੰ ਤਾਂ ਤੁਸੀਂ ਐਕਸ਼ਨ ਕਰਿਓ। ਹਾਂਜੀ। ਅਸੀਂ ਜਿਹੜੇ ਸੁਝਾਅ ਦਿੱਤੇ ਇਸ ਘਟਨਾ ਤੋਂ ਬਾਅਦ, ਦੁਖਦਾਈ ਘਟਨਾ ਤੋਂ ਬਾਅਦ, ਉਹ ਇਹ ਸੀਗੇ ਵੀ ਇੱਥੇ ਇਮੀਡੀਏਟ ਤੁਸੀਂ ਸਮੋਕ ਸੈਂਸਰ ਤੇ ਫਾਇਰ ਸੈਂਸਰ ਲਾਓ। ਠੀਕ ਹੈ, ਪਹਿਲਾਂ ਹੈ ਹੀ ਨਹੀਂ ਸੀ। ਬਿਲਕੁਲ ਨਹੀਂ, ਤਾਂ ਕੈਮਰੇ ਵੀ ਹੈ ਨਹੀਂ। ਇਹ ਤਾਂ ਜਿਹੜੇ ਇਹ ਪੌਰ ਸਾਹਿਬ ਬਹੁਤ ਵੱਡੀ ਅਣਗਹਿਲੀ ਨਹੀਂ ਹੈਗੀ ਵੀ ਇੱਕੋ ਹੀ ਪਬਲਿਕੇਸ਼ਨ ਬਿਊਰੋ ਹੈ ਪੂਰੀ ਦੁਨੀਆ ਦੇ ਵਿੱਚ ਐਸਜੀਪੀਸੀ ਦੇ ਅੰਡਰ, ਪਹਿਲਾਂ ਹੀ ਉੱਥੇ ਪ੍ਰਬੰਧ ਹੋਣਾ ਚਾਹੀਦਾ। ਹੁਣ ਤੁਸੀਂ ਇਹ ਦੇਖੋ ਵੀ ਇਹ ਤਾਂ ਹੁਣ ਕਹਿ ਰਹੇ ਨਾ ਕਈ ਬੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ, ਉਦਾਂ ਬੋਲੀ ਜਾਂਦੇ ਜੀ ਉਹਨਾਂ ਨੇ ਕੈਮਰਿਆਂ ਦੇ ਜੀ ਉਹ ਰਿਕਾਰਡਿੰਗ ਖਤਮ ਕਰਤੀ ਜੀ, ਫਿਰ ਉੱਥੇ ਕੈਮਰੇ ਲੱਗੇ ਹੀ ਨਹੀਂ। ਅੱਛਾ। ਹੋਰ ਸਿਫਾਰਿਸ਼ਾਂ ਦੇ ਵਿੱਚ ਕੀ ਕੁਝ ਸੀਗਾ? ਨਹੀਂ ਲੱਗੀ। ਅਸੀਂ ਉਹਦੇ 'ਚ ਕਿਹਾ ਸੀ ਇੱਕ ਤਾਂ ਫਾਇਰ ਸੈਂਸਰ, ਸਮੋਕ ਸੈਂਸਰਸ, ਮਕੈਨੀਕਲ ਵੈਂਟੀਲੇਸ਼ਨ ਜੀ ਇਮੀਡੀਏਟ ਕਰੋ। ਸੀਸੀਟੀਵੀ ਵੀ ਕਿਹਾ? ਸੀਸੀਟੀਵੀ ਵੀ ਸੀ, ਹਾਂ। ਤੇ ਜਿਹੜਾ ਦੂਜਾ ਸੀ, ਜਿਹੜਾ ਉੱਥੇ ਉਹ ਪਿਆ ਸੀ ਨਾ ਅਨਬਾਈਂਡਡ ਅੰਗ ਪਏ ਸੀ, ਹਾਂਜੀ, ਅਸੀਂ ਉਹਨਾਂ ਲਈ ਵੀ ਇਹ ਕਿਹਾ ਸੀਗਾ ਵੀ ਤੁਸੀਂ ਇੱਕ ਤਾਂ ਇਦਾਂ ਕਰੋ ਵੀ ਸਾਡਾ ਸੁਜੈਸ਼ਨ ਇਹ ਹੈ, ਹਾਂਜੀ, ਵੀ ਤੁਸੀਂ ਇੱਥੋਂ ਜਿਹੜਾ ਦੂਸਰਾ ਲਿਟਰੇਚਰ ਛਪਦਾ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ, ਪੋਥੀਆਂ, ਸੈਂਚੀਆਂ ਜਾਂ ਕੁਝ ਹੋਰ, ਇਹਨੂੰ ਇੱਥੋਂ ਇਮੀਡੀਏਟ ਸ਼ਿਫਟ ਕਰੋ। ਠੀਕ ਹੈ। ਬਿਰਧ ਸਰੂਪ ਇੱਥੇ ਨਾ ਰੱਖੋ। ਤੇ ਤੁਸੀਂ ਬਿਰਧ ਸਰੂਪ ਜਿਹੜੇ ਨਵੇਂ ਸਰੂਪ ਬਾਈਂਡ ਹੁੰਦੇ ਆ, ਕੰਪਲੀਟ ਹੁੰਦੇ, ਉਹਨਾਂ ਦੇ ਲਈ ਹੀ ਇੱਥੇ ਜਗ੍ਹਾ ਬਣਾਓ, ਬਾਕੀ ਕਿਤੇ ਹੋਰ ਲੈ ਜਾਓ ਜੀ। ਜਿਹੜਾ ਹੋਰ ਗੁਰਮਤਿ ਸਾਹਿਤ ਛਪਦਾ ਉਹਨੂੰ ਵੀ ਪਾਸੇ ਕੱਢੋ ਜੀ, ਮਤਲਬ ਕਿਸੇ ਹੋਰ ਬਿਲਡਿੰਗ 'ਚ। ਹਾਂ ਵੀ ਉਹਨੂੰ ਕਿਤੇ ਹੋਰ ਲੈ ਜਾਓ, ਉਹਨੂੰ ਕਿਤੇ। ਫਿਰ ਅਸੀਂ ਇਹ ਕਿਹਾ ਸੀ ਵੀ 8-8 ਘੰਟੇ ਦੀ ਡਿਊਟੀ ਦੇ ਉੱਤੇ 3 ਸਿਕਿਉਰਿਟੀ ਗਾਰਡ ਰੱਖੋ। ਠੀਕ ਹੈ। ਜਿਹੜੇ ਨਿਗਰਾਨੀ ਰੱਖਣ, ਕੋਈ ਐਸਾ ਮਿਸਹੈਪਨ ਹੋਵੇ ਤਾਂ ਉਸੇ ਵੇਲੇ ਰਿਪੋਰਟਿੰਗ ਕਰਨ। ਫਿਰ ਅਸੀਂ ਇਹ ਕਿਹਾ ਸੀ ਵੀ ਜਿਹੜੇ ਇਹ ਅਨਬਾਈਂਡਡ ਅੰਗ ਆ, ਇਹਨਾਂ ਦੀ ਸੇਵਾ ਸੰਭਾਲ ਦੇ ਲਈ 3 ਸਫਾਈ ਸੇਵਾਦਾਰ ਰੱਖੋ, ਉਹ ਵੀ 8-8 ਘੰਟੇ ਡਿਊਟੀ ਨਿਭਾਉਣ ਤੇ ਉਹ ਪੂਰਾ ਮਹਾਰਾਜ ਦੇ ਅੰਗਾਂ ਦੀ ਹਿਫਾਜ਼ਤ ਕਰਨ। ਠੀਕ ਹੈ। ਫਿਰ ਉਹ ਡਿਪਟੀ ਸੈਕਟਰੀ ਦਾ ਦਫ਼ਤਰ ਨਹੀਂ ਸੀ, ਉਹ ਕਈ ਵਾਰੀ ਤੇਜਾ ਸਿੰਘ ਸਮੁੰਦਰੀ ਹਾਲ ਬਹਿ ਜਾਂਦਾ ਸੀ ਕਿ ਅਸੀਂ ਇਹ ਪੱਕਾ ਹੀ ਬਣਾਓ ਇੱਥੇ, ਜੇ ਕਿਸੇ ਨੇ ਕੋਈ ਰਿਪੋਰਟ ਕਰਨੀ ਆ ਤਾਂ ਮੁਲਾਜ਼ਮ ਨੇ ਉਹਨਾਂ ਨੂੰ ਕਰਨੀ ਆ, ਉਹਨਾਂ ਨੂੰ ਹੋਣੀ ਚਾਹੀਦੀ, ਬਿਲਕੁਲ ਤੁਰੰਤ ਹੋ ਜਾਵੇ। ਅੱਛਾ, ਪਰ ਦੁੱਖ ਦੀ ਗੱਲ ਇਹ ਆ ਵੀ ਉਹਦੇ ਤੇ ਤਾਂ ਹਜੇ ਤੱਕ ਵੀ ਅਮਲ ਨਹੀਂ ਹੋਇਆ। ਅੱਛਾ, ਉਹ ਤੁਸੀਂ ਸਿਫਾਰਿਸ਼ਾਂ ਕੀਤੀਆਂ ਤੇ 26 ਦੀ ਫਿਰ ਮੀਟਿੰਗ ਹੋਈ, ਉਹਦੇ ਵਿੱਚ ਮੀਟਿੰਗ ਹੋਈ, ਮੀਟਿੰਗ 'ਚ ਅਪਰੂਵ ਹੋ ਗਈਆਂ ਸਾਰੀਆਂ, ਯੂਨੈਨਿਮਸਲੀ ਪ੍ਰਵਾਨ ਹੋ ਗਈਆਂ, ਖਰਚੇ ਰੱਖ ਲਏ ਗਏ ਵੀ ਹੋਣ ਵਾਲੇ ਖਰਚਿਆਂ ਦੀ ਪ੍ਰਵਾਨਗੀ ਹੈ। ਅੱਛਾ, ਪਰ ਅੱਜ ਤੱਕ ਨਹੀਂ ਹੋਈਆਂ। ਤੁਸੀਂ ਉਹਨੂੰ ਫਿਰ ਦੁਬਾਰਾ ਚੇਂਜ ਨਹੀਂ ਕੀਤਾ? ਕਿ ਮੈਂ ਹਾਂ ਹੁਣ ਇਹ ਗੱਲ ਕਰਨ ਵਾਲੀ, ਹਾਂਜੀ, ਦੇਖੋ ਇਹ ਹੈਗੀ ਹੈ 19/5 ਦੀ ਘਟਨਾ। ਠੀਕ ਹੈ। ਮੈਂ ਦੱਸ ਚੁੱਕਾ ਵੀ ਮੈਂ ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕਾ ਸੀ, ਵਿਰੋਧੀ ਧਿਰ ਵਿੱਚ ਸੀ। ਮੇਰੇ ਤੋਂ ਬਾਅਦ 2 ਮੀਟਿੰਗਾਂ ਹੋਈਆਂ ਇਸ ਘਟਨਾ ਤੋਂ ਬਾਅਦ। ਅੱਛਾ। 2 ਮੀਟਿੰਗਾਂ ਤੋਂ ਬਾਅਦ ਨਵਾਂ ਪ੍ਰਧਾਨ ਬਣ ਗਿਆ ਭਾਈ ਗੋਬਿੰਦ ਸਿੰਘ ਲੌਂਗੋਵਾਲ। ਨਹੀਂ, ਬਡੂੰਗਰ ਸਾਹਿਬ ਬਣੇ ਉਸ ਵੇਲੇ। ਬਡੂੰਗਰ ਸਾਹਿਬ ਬਣੇ, ਹਾਂਜੀ, ਉਸ ਵੇਲੇ ਬਡੂੰਗਰ ਸਾਹਿਬ ਪ੍ਰਧਾਨ ਬਣ ਗਏ। ਠੀਕ ਹੈ। ਤੇ ਮੈਂ ਕੀ ਫੋਲੋ ਅਪ ਦੇ ਸਕਦਾ ਸੀ ਤੇ ਕਿਹਨੂੰ ਕਹਿ ਸਕਦਾ ਸੀ? ਅੱਛਾ, ਦੂਜੀ ਗੱਲ ਕੀ ਹੁੰਦੀ ਹੈ? ਨਹੀਂ, ਤੁਸੀਂ ਫਿਰ ਮਤਲਬ ਕਮੇਟੀ ਨਵੀਂ ਆ ਗਈ ਸੀ, ਅੰਤਰਿੰਗ ਕਮੇਟੀ ਤਾਂ ਉਹੀ? ਅੰਤਰਿੰਗ ਕਮੇਟੀ ਨਵੀਂ ਆ ਗਈ। ਅੱਛਾ। ਜਦੋਂ ਪ੍ਰਧਾਨ ਹੀ ਨਵਾਂ ਆ ਗਿਆ ਤੇ ਅੰਤਰਿੰਗ ਕਮੇਟੀ ਵੀ ਨਾਲੇ ਚੁਣੀ ਜਾਣੀ ਸੀ ਜੀ। ਅੱਛਾ, ਹੋਇਆ ਕਿ ਜਿਹੜਾ ਗੁਰਦੁਆਰਾ ਐਕਟ ਹੈ ਨਾ, ਗੁਰਦੁਆਰਾ ਐਕਟ ਦੇ ਮੁਤਾਬਕ ਗੁਰਦੁਆਰਾ ਐਕਟ, ਪ੍ਰਬੰਧ ਸਕੀਮ ਜਾਂ ਬਾਈ ਲਾਸ, 3 ਚੀਜ਼ਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਜਿਨ੍ਹਾਂ ਨੇ ਐਸਜੀਪੀਸੀ ਦੇ ਕਮੈਂਟ ਕਰਨਾ। ਠੀਕ ਹੈ। ਉਹਦੇ 'ਚ ਕੀ ਹੈ ਵੀ ਐਗਜ਼ੈਕਟਿਵ ਜੋ ਮਤੇ ਕਰ ਦਿੰਦੀ ਹੈ ਉਹਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਸੈਕਟਰੀ ਦੀ ਹੈ। ਅੱਛਾ। ਉਹ ਕਿੰਨੇ ਸੈਕਟਰੀ ਬਦਲ ਗਏ, ਕਿਉਂ ਨਹੀਂ ਲਾਗੂ ਹੋਏ, ਤਫਤੀਸ਼ ਤਾਂ ਇਹ ਕਰਨੀ ਚਾਹੀਦੀ ਸੀ। ਤੇ ਪਰਸਨਲੀ ਤੁਸੀਂ ਵੀ ਨਹੀਂ ਕਦੇ ਫੋਨ ਕਰਕੇ ਜਾਂ ਗੱਲ ਕੀਤੀ? ਠੀਕ ਹੈ, ਉਹਦਾ ਛੱਡ। ਮੈਂ ਤਾਂ ਰਿਪੀਟਡਲੀ ਕਹਿੰਦਾ ਰਿਹਾ। ਠੀਕ ਹੈ। ਬਾਰ-ਬਾਰ ਸਾਰਿਆਂ ਨੂੰ ਕਹਿੰਦਾ ਰਿਹਾ ਵੀ ਕੀ ਹੋਇਆ, ਕਿੱਦਾਂ ਹੋਇਆ। ਹੁਣ ਮੈਂ ਤੁਹਾਨੂੰ ਦੱਸਦਾ। ਤੇ ਉਸ ਤੋਂ ਬਾਅਦ ਕਿਹੜੇ ਸੈਕਟਰੀ ਰਹੇ ਨੇ ਪਰ ਸਾਹਿਬ, ਇਹ ਵੀ ਦੱਸੋਗੇ? ਪਹਿਲਾਂ ਉਸ ਵੇਲੇ ਤਾਂ ਸਰਦਾਰ ਹਰਚਰਨ ਸਿੰਘ ਸੀਗੇ। ਹਾਂਜੀ। ਹਰਚਰਨ ਸਿੰਘ, ਉਹਨਾਂ ਤੋਂ ਬਾਅਦ ਡਾਕਟਰ ਰੂਪ ਸਿੰਘ ਆ ਗਏ। ਹਾਂਜੀ। ਫਿਰ ਇਹ ਡਾਕਟਰ ਰੂਪ ਸਿੰਘ ਹੀ ਨੇ ਹੁਣ ਤੱਕ ਚੀਫ ਸੈਕਟਰੀ ਸੀਗੇ। ਹੁਣ ਮਹਿੰਦਰ ਸਿੰਘ ਆਲੀ ਹੈ। ਠੀਕ ਹੈ। ਅੱਛਾ, ਹੋਇਆ ਹੁੰਦਾ ਕੀ ਹੈ
ਦੇਖੋ, ਜਿਵੇਂ ਸਾਨੂੰ ਅਕਾਲ ਤਖਤ ਸਾਹਿਬ ਨੇ ਬੁਲਾਇਆ, ਉਹਨਾਂ ਨੇ ਕਿਹਾ ਜੀ ਵੀ ਤੁਸੀਂ ਪਛਤਾਤਾਪ ਨਹੀਂ ਕਰਾਇਆ ਉਸ ਵੇਲੇ, ਤੇ ਮੈਂ ਇੱਕ ਪਹਿਲਾ ਬੰਦਾ ਸੀ ਜਿਹਨੇ ਪ੍ਰਧਾਨ ਦੀ ਬਾਂਹ ਫੜ ਕੇ ਕਿਹਾ ਸੀ ਵੀ ਜੀ ਪਾਠ ਹੁਣ ਪਛਤਾਤਾਪ ਦਾ ਇੱਥੇ ਕਰਾਉਣਾ ਕਿ ਮੰਜੀ ਸਾਹਿਬ ਕਰਾਉਣਾ। ਅੱਛਾ, ਪ੍ਰਧਾਨ ਸਾਹਿਬ ਅਵਤਾਰ ਸਿੰਘ ਮੱਕੜ ਨੂੰ, ਔਰ ਮੇਰੀ ਕਹੀ ਹੋਈ ਗੱਲ ਨੂੰ ਹਰਚਰਨ ਸਿੰਘ ਉਸ ਵੇਲੇ ਦੇ ਮੁੱਖ ਸਕੱਤਰ ਨੇ 2-3 ਆਪਣੀਆਂ ਟੈਲੀਵਿਜ਼ਨ ਇੰਟਰਵਿਊ ਦੇ ਵਿੱਚ ਵੀ ਕੋਟ ਕੀਤਾ ਵੀ ਉਸ ਬੰਦੇ ਨੇ ਇਹ ਗੱਲ ਕਹੀ ਸੀ ਵੀ ਪਛਤਾਤਾਪ ਦਾ ਪਾਠ ਦੱਸੋ ਕਿੱਥੇ ਕਰਾਉਣਾ ਜੀ। ਤੇ ਪ੍ਰਧਾਨ ਨੇ ਕਿਹਾ ਅਸੀਂ ਸਲਾਹ ਕਰਕੇ ਦੱਸਾਂਗੇ। ਸਲਾਹ ਉਹਨੇ ਕੀਤੀ ਨਹੀਂ ਤੇ 2 ਮੀਟਿੰਗਾਂ ਬਾਅਦ ਕੰਮ ਖਤਮ ਹੋ ਗਿਆ। ਪ੍ਰਧਾਨ ਮੱਕੜ ਸਾਹਿਬ ਵੀ ਬਦਲ ਗਏ ਤੇ ਉਹ ਵੀ ਬਦਲ ਗਏ, ਅਸੀਂ ਵੀ ਬਦਲ ਗਏ। ਹੁਣ ਮੈਂ ਤਾਂ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ, ਲਿਖ ਕੇ ਵੀ ਕੀਤੀ ਬੇਨਤੀ ਵੀ ਜਥੇਦਾਰ ਸਾਹਿਬ, ਐਗਜ਼ੈਕਟਿਵ ਜਿਹੜੀ ਆ ਸਿਰਫ ਮਤਾ ਕਰ ਸਕਦੀ ਆ, ਜਿਹੜਾ ਮਤਾ ਸੈਕਟਰੀ ਲੈ ਕੇ ਆਉਂਦਾ ਪ੍ਰਧਾਨ ਦੀ ਆਗਿਆ ਨਾਲ ਜੀ, ਉਹਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਪ੍ਰਧਾਨ ਦੀ ਔਰ ਸੈਕਟਰੀ ਦੀ ਹੁੰਦੀ ਹੈ ਜੀ। ਅੱਛਾ, ਔਰ ਜਥੇਦਾਰ ਸਾਹਿਬ ਨੇ ਵੀ ਉਸ ਦਿਨ ਜਿੱਦਾਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਿਹਾ ਕਿ ਗਲਤੀ ਸੀ ਕਿ ਨਹੀਂ ਤੁਹਾਡੀ ਕਿ ਤੁਸੀਂ ਉਹਨੂੰ ਦੁਬਾਰਾ ਉਹਦੀ ਪੈਰਵਾਈ ਨਹੀਂ ਕੀਤੀ। ਉਹਨਾਂ ਨੇ ਨਾ ਕਲੈਕਟਿਵ, ਮੈਂ ਕਮੈਂਟ ਨਹੀਂ ਕਰਦਾ ਜਥੇਦਾਰ ਸਾਹਿਬ ਦੇ ਫੈਸਲੇ ਤੇ, ਅਕਾਲ ਤਖਤ ਸਾਹਿਬ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਹੈ ਜੀ, ਪਰ ਗੱਲ ਇਹ ਹੈ ਵੀ ਉਹਨਾਂ ਨੇ ਸਪਸ਼ਟੀਕਰਨ ਕੱਲੇ ਦਾ ਲੈਣਾ ਚਾਹੀਦਾ ਸੀ, ਸਾਰਿਆਂ ਦਾ ਨਹੀਂ ਲਿਆ ਨਾ। ਤੁਸੀਂ ਆਪ ਦਿੱਤਾ ਸੀ ਕਿ ਉਹਨਾਂ ਨੇ ਤੁਹਾਨੂੰ ਮੈਂ ਬੁਲਾਇਆ ਆਪਣਾ ਸੀ? ਲਿਖ ਕੇ ਦਿੱਤਾ ਸੀ। ਅੱਛਾ। ਬਾਕੀ ਸਾਰੀ ਐਗਜ਼ੈਕਟਿਵ ਵੱਲੋਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਦਿੱਤਾ ਉਸ ਵੇਲੇ ਦੇ। ਕੱਲੇ ਬੰਦੇ ਨੇ ਨਹੀਂ ਦਿੱਤਾ, ਕੱਲੇ ਤੋਂ ਨਹੀਂ ਲਿਆ, ਜਦ ਕਿ ਉੱਥੇ ਵਿਰੋਧੀ ਧਿਰ ਦੇ ਬੰਦੇ ਵੀ ਸੀਗੇ 3-4। ਸਰਦਾਰ ਮੰਗਲ ਸਿੰਘ ਵਿਰੋਧੀ ਧਿਰ ਸੀ, ਭਜਨ ਸਿੰਘ ਸ਼ੇਰਗਿੱਲ ਵਿਰੋਧੀ ਧਿਰ ਵਿੱਚ ਸੀਗੇ, ਠੀਕ ਹੈ, ਮੈਂ ਖੁਦ ਵਿਰੋਧੀ ਧਿਰ ਵਿੱਚ ਸੀ। ਉੱਥੇ ਇਹ ਹੈ ਵੀ ਕਿਉਂਕਿ ਇਹ ਵਿਅਕਤੀਗਤ ਮਸਲਾ ਹੈ, ਕਿਸੇ ਦੇ ਜੀਵਨ ਦਾ ਮਸਲਾ ਹੈ, ਉਹਨਾਂ ਨੇ ਇੱਕੋ ਬੰਦੇ ਦਾ, ਸਾਰਿਆਂ ਦੀ ਐਗਜ਼ੈਕਟਿਵ ਦੀ ਰਾਏ ਇੱਕ ਨਹੀਂ ਹੋ ਸਕਦੀ। ਹਾਂਜੀ, ਕਿਉਂਕਿ ਤੁਹਾਡਾ ਨਾਮ ਹੀ ਬੋਲਿਆ ਗਿਆ ਸੀ ਉਦੋਂ ਜਥੇਦਾਰ ਸਾਹਿਬ ਵੱਲੋਂ। ਉਹਨਾਂ ਨੇ ਕਿਹਾ ਵੀ ਉਹ ਲਿਖ ਕੇ ਦੇ ਗਏ ਸੀ। ਹਾਂਜੀ, ਉਹਨਾਂ ਨੇ ਇਹੀ ਕਿਹਾ ਸੀ। ਬਾਕੀਆਂ ਵੱਲੋਂ ਉਹਨਾਂ ਨੇ ਕੱਲਿਆਂ ਜ਼ਿਕਰ ਵੀ ਨਹੀਂ ਕੀਤਾ। ਹਾਂਜੀ, ਬਾਕੀਆਂ ਨੇ ਕੱਲਿਆਂ ਨੇ ਬੋਲਿਆ। ਜਦ ਕਿ ਮੈਂ ਸਮਝਦਾ ਸੀ ਵੀ ਕੱਲੇ ਤੋਂ ਸਪਸ਼ਟੀਕਰਨ ਲੈਣਾ ਚਾਹੀਦਾ ਸੀ ਵੀ ਕਿਹੜੇ ਹਾਲਾਤ ਸੀ, ਕਿਉਂ ਸੀ ਤੇ ਕਿਵੇਂ ਉਹ ਸਾਰਾ ਕੁਝ ਨਹੀਂ ਹੋ ਸਕਿਆ, ਉਹ ਕੁਝ ਹੋਰ ਗੱਲ ਬਣ ਸਕਦੀ। ਚਲੋ ਖੈਰ, ਇਹ ਉਹਨਾਂ ਦੀ ਮੌਜ ਹੈ। ਪਰ ਜਥੇਦਾਰ ਸਾਹਿਬ ਨੂੰ ਇਹ ਵੀ ਤਫਤੀਸ਼ ਕਰਨੀ ਚਾਹੀਦੀ ਸੀ ਵੀ ਚਲੋ ਐਗਜ਼ੈਕਟਿਵ ਨੇ ਤਾਂ ਨਹੀਂ ਕਰਾਇਆ ਪਛਤਾਤਾਪ, ਜਾਂ ਉਸ ਵੇਲੇ ਦੇ ਪ੍ਰਧਾਨ ਨੇ ਨਹੀਂ ਕਰਾਇਆ, ਸੈਕਟਰੀ ਨੇ ਨਹੀਂ ਕਰਾਇਆ, ਉਹ ਕੀ ਕਾਰਨ ਸੀ ਵੀ ਨਾ ਕਿਸੇ ਤਖਤ ਦਾ ਜਥੇਦਾਰ, ਨਾ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ, ਨਾ ਬਾਕੀ ਸਿੰਘ ਸਾਹਿਬਾਨ ਉਹ ਮੌਕਾ ਦੇਖਣ ਵੀ ਨਹੀਂ ਗਏ ਰਾਮਸਰ ਸਾਹਿਬ। ਬਿਲਕੁਲ, ਇਹ ਬਹੁਤ ਵੱਡਾ ਸਵਾਲ ਹੈ ਕਿ ਜਥੇਦਾਰ ਸਾਹਿਬ ਵੀ ਇੰਨੀ ਵੱਡੀ ਘਟਨਾ ਹੋਈ ਹੈ ਤੇ ਉਹ ਜਾ ਸਕਦੇ ਸੀ। ਕੀ ਕਾਰਨ ਹੋ ਸਕਦਾ ਹੈ ਪੌਰ ਸਾਹਿਬ? ਮੈਨੂੰ ਲੱਗਦਾ ਹੈ ਵੀ ਉਹ ਪਤਾ ਨਹੀਂ ਕਿ ਕਿਸੇ ਝੇਪ ਵਿੱਚ ਸੀਗੇ ਵੀ ਜੇ ਅਸੀਂ ਚਲੇ ਗਏ ਤਾਂ ਖਬਰਾਂ ਲੱਗ ਜਾਣਗੀਆਂ, ਪਤਾ ਨਹੀਂ ਕੋਈ ਨਾਰਾਜ਼ ਨਾ ਹੋ ਜਾਏ। ਅੱਛਾ, ਕੌਣ? ਜਿਹੜੇ ਬੰਦੇ ਬਰਬਾਦ ਕਰਨ ਲੱਗੇ ਆ ਸੀਬੀਸੀ ਜੀ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਕਿਸੇ ਵੀ ਤਖਤ ਦੇ ਜਾਂ ਕੋਈ ਵੀ ਸਿੱਖ ਅਹੁਦੇ ਤੋਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮੂਹਰੇ ਹੈ ਨਾ ਆਪਣੇ। ਬਿਲਕੁਲ ਮੂਹਰੇ ਰੱਖਣਾ ਚਾਹੀਦਾ ਸੀ। ਮੈਂ ਕਹਿੰਦਾ ਜੀ ਚਲੋ ਸਾਡੀਆਂ ਪੋਲੀਟੀਕਲ ਪੋਸਟਾਂ ਜਿੱਤ ਕੇ ਆਏ ਆ, ਹਾਰ ਕੇ ਆਏ ਆ, ਕਿਵੇਂ ਆਏ, ਜਥੇਦਾਰ ਸਾਹਿਬਾਨ ਤਾਂ ਕੌਮ ਦੇ ਸਾਂਝੇ ਸੀ, ਉਹ ਕਿਉਂ ਨਹੀਂ ਗਏ? ਹਾਂਜੀ, ਉਹਨਾਂ ਨੇ ਕਿਉਂ ਨਹੀਂ ਪਛਤਾਤਾਪ ਕਰਾਇਆ? ਬਿਲਕੁਲ, ਇਹ ਸਵਾਲ ਅੱਜ ਵੀ ਸਿੱਖ ਮਾਨਸਿਕਤਾ ਦੇ ਵਿੱਚ ਅੱਜ ਵੀ ਖੜੇ। ਇਹ ਹੋਣਾ ਚਾਹੀਦਾ ਸੀ ਬਿਲਕੁਲ, ਕਿਉਂਕਿ ਇੱਕ ਐਜ਼ ਏ ਇੰਡੀਵਿਜੂਅਲ, ਜਿਵੇਂ ਮੈਂ ਵੀ ਤੁਹਾਨੂੰ ਸਵਾਲ ਕੀਤਾ ਕਿ ਠੀਕ ਹੈ ਜਨਰਲ ਸੈਕਟਰੀ ਕੋਲ ਕੋਈ ਪਾਵਰਸ ਨਹੀਂ ਹੈਗੀਆਂ, ਪਰ ਐਜ਼ ਏ ਸਿੱਖ ਤਾਂ ਤੁਸੀਂ ਉਹਦੀ ਪੈਰਵਾਈ ਕਰ ਸਕਦੇ ਸੀ, ਤੁਸੀਂ ਬਾਰ-ਬਾਰ ਕਹਿ ਸਕਦੇ ਸੀ। ਜਿੱਥੇ ਪੈਰਵਾਈ ਕਰਨ ਦੀ ਲੋੜ ਆਈ, ਮੈਂ ਵਿੱਚ ਰਹਿ ਕੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਨਾਨਕਸ਼ਾਹੀ ਕੈਲੰਡਰ ਤੇ ਆਪਣਾ ਡਿਸੈਂਡਿੰਗ ਨੋਟ ਦਿੱਤਾ। ਹਾਂਜੀ, ਫਿਰ ਮੈਂ ਜਿਹੜਾ ਉਹ ਤੁਹਾਨੂੰ ਦੱਸ ਕੇ ਹਟਿਆ 2015 ਦਾ ਮਤਾ, ਉਹਦੇ ਤੇ ਵਿਰੋਧ ਕੀਤਾ। ਫਿਰ ਮੈਂ ਇਹਨਾਂ ਦੇ ਕਹਿਣ ਦੇ ਬਾਵਜੂਦ ਅਸਤੀਫਾ ਦਿੱਤਾ। ਇਹ ਬਹੁਤ ਸਾਰੇ ਐਸੇ ਮਸਲੇ ਹੋਰ ਵੀ ਆ ਜਿਨ੍ਹਾਂ ਤੇ ਮੈਂ ਨਹੀਂ ਕਰਾਉਣਾ ਚਾਹੁੰਦਾ, ਮੇਰਾ ਫਰਜ਼ ਸੀ ਜੋ ਮੈਂ ਕੀਤਾ ਜੀ। ਪਰ ਜੇ ਮੈਨੂੰ ਕੱਲੀ ਆਪਣੇ ਅਹੁਦਿਆਂ ਦੀ ਪ੍ਰਵਾਹ ਹੁੰਦੀ ਸ਼ਾਇਦ ਮੈਂ ਨਾ ਕਰ ਸਕਦਾ ਜੀ। ਬਿਲਕੁਲ, ਤੇ ਜਿਹੜੀਆਂ ਉਹ ਸਿਫਾਰਿਸ਼ਾਂ ਅੱਜ ਤੱਕ ਨਹੀਂ ਲਾਗੂ ਹੋਈਆਂ ਪੌਰ ਸਾਹਿਬ, ਜਿਹੜੀਆਂ ਉਸ ਵੇਲੇ ਤੁਸੀਂ ਜਦੋਂ ਹੋਈ ਸੀ ਬੇਅਦਬੀ 19 ਤਰੀਕ ਨੂੰ ਗਏ ਹੋ, ਉੱਥੇ ਬੈਠ ਕੇ ਤੁਸੀਂ ਸਿਫਾਰਿਸ਼ਾਂ ਦਿੱਤੀਆਂ, ਫਿਰ ਉਹ ਪ੍ਰਵਾਨ ਵੀ ਹੋ ਗਿਆ ਤੇ ਹੁਣ ਤੱਕ ਤੁਸੀਂ ਕਦੇ ਉਹਨਾਂ ਬਾਰੇ ਪੁੱਛਿਆ ਫੋਨ ਕਰਕੇ? ਦੇਖੋ, ਮੇਰਾ ਮਨ ਇਹ ਸੀ, ਮੇਰੀ ਕਿਹਨੇ ਸੁਣਨੀ ਉੱਥੇ, ਮੇਰਾ ਮਨ ਇਹ ਸੀ ਜਿਸ ਦਿਨ ਅਸੀਂ ਅਕਾਲ ਤਖਤ ਸਾਹਿਬ ਤੇ ਗਏ ਵੀ ਜਥੇਦਾਰ ਸਾਹਿਬ ਮੌਜੂਦਾ ਪ੍ਰਧਾਨ ਨੂੰ ਪੁੱਛਣਗੇ ਜੀ ਵੀ ਚਲੋ ਇਹਨਾਂ ਨੇ ਤਾਂ ਕਰਾਇਆ ਨਹੀਂ, ਜਿਹੜੀਆਂ ਇਹਨਾਂ ਦੀਆਂ ਸਿਫਾਰਿਸ਼ਾਂ ਉਹ ਕਿਉਂ ਨਹੀਂ ਲਾਗੂ ਕੀਤੀਆਂ? ਬਿਲਕੁਲ, ਕਿਉਂ ਉੱਥੇ ਆਹ ਸਾਰਾ ਸਿਸਟਮ ਡਿਵੈਲਪ ਨਹੀਂ ਕੀਤਾ? ਜੇ ਅੱਜ ਫਿਰ ਇੱਕ ਘਟਨਾ ਪਹਿਲਾਂ ਹੋ ਗਈ, ਹੁਣ ਜੇ ਦੁਬਾਰਾ ਹੋ ਜਾਏ ਫਿਰ ਕੌਣ ਜ਼ਿੰਮੇਵਾਰ ਹੈ ਜੀ? ਤੁਸੀਂ ਇਹ ਜ਼ਿਕਰ ਕੀਤਾ ਸੀ ਜਥੇਦਾਰ ਸਾਹਿਬ ਕੋਲ ਕਿ ਅਸੀਂ ਇਹ ਸਿਫਾਰਿਸ਼ਾਂ? ਮੈਂ ਆਪਣੇ ਲਿਖਤੀ ਸਪਸ਼ਟੀਕਰਨ ਦੇ ਵਿੱਚ ਸਾਰਾ ਲਿਖ ਕੇ ਦਿੱਤਾ ਸੀ। ਠੀਕ ਹੈ, ਔਰ ਮੈਂ ਕਾਨੂੰਨ ਮੁਤਾਬਕ ਦੱਸਿਆ ਸੀ ਉਹਨਾਂ ਨੂੰ ਵੀ ਕੌਣ ਬੰਦੇ, ਕਿਹੜੇ ਬੰਦੇ ਕੋ ਕਿਹੜੀ ਪਾਵਰ ਹੈ, ਕਿਹੜੇ ਬੰਦੇ ਕੋ ਕਿਹੜੀ ਪਾਵਰ ਜੀ। ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਸੀ। ਜਿਵੇਂ ਤੁਸੀਂ ਪਿੱਛੇ ਦੱਸਿਆ ਵੀ ਲਾਗੂ ਕਰਵਾਉਣਾ ਹੁੰਦਾ, ਜਦੋਂ ਕੋਈ ਵੀ ਜੇ ਪ੍ਰਧਾਨ ਸਾਹਿਬ ਨੇ ਵੀ ਕੋਈ ਹੁਕਮ ਕਰਤਾ, ਉਹ ਮੁੱਖ ਸਕੱਤਰ ਦੀ ਜ਼ਿੰਮੇਵਾਰੀ। ਇੱਕ ਹੋਰ ਚੀਜ਼ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਅਫੀਸ਼ੀਅਲ ਫੰਕਸ਼ਨ ਹਾਂਜੀ ਪ੍ਰਧਾਨ ਤੇ ਜਨਰਲ ਸੈਕਟਰੀ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਜਨਰਲ ਸੈਕਟਰੀ ਨਹੀਂ, ਸੈਕਟਰੀ, ਚੀਫ ਸੈਕਟਰੀ। ਹਾਂ, ਚੀਫ ਸੈਕਟਰੀ। ਪ੍ਰਧਾਨ ਤੇ ਸੈਕਟਰੀ, ਕਿਉਂਕਿ ਉਹ ਐਗਜ਼ੈਕਟਿਵ ਹੈਡ ਹੈ, ਉਹ ਓਵਰਆਲ ਹੈਡ ਹੈ ਪ੍ਰਧਾਨ।
ਅੱਜ ਜੇ ਜਥੇਦਾਰ ਸਾਹਿਬਾਨ ਵੀ ਕੋਈ ਕੰਮ ਕਰਾਉਣਾ ਚਾਹੁੰਦੇ ਆ, ਕੋਈ ਸਮਾਗਮ ਰੱਖਣਾ ਚਾਹੁੰਦੇ ਆ, ਪਹਿਲਾਂ ਉਹਨਾਂ ਨੂੰ ਪ੍ਰਧਾਨ ਨਾਲ ਸਲਾਹ ਕਰਨੀ ਪੈਂਦੀ ਤੇ ਸੈਕਟਰੀ ਨਾਲ ਰਾਏ ਕਰਨੀ ਪੈਂਦੀ। ਅੱਛਾ, ਬਹੁਤ ਸਾਰੇ ਐਸੇ ਜਥੇਦਾਰ ਹੈ ਜਿਹੜੇ ਗੱਡੀਆਂ 'ਚ ਬੈਠਣ ਨੂੰ ਤਿਆਰ ਖੜੇ ਸੀ ਤੇ ਸੈਕਟਰੀ ਦਾ ਹੁਕਮ ਆ ਗਿਆ ਵੀ ਡਰਾਈਵਰ ਨੂੰ ਕਹ ਤੂੰ ਇਹਦੀ ਗੱਡੀ ਨਹੀਂ ਲੈ ਕੇ ਜਾਣੀ। ਅੱਛਾ, ਤੇ ਉਹ ਬਾਹਰ ਹੀ ਯਾਨੀ ਕਿ ਜਥੇਦਾਰ ਵੀ ਆਜ਼ਾਦ ਨਹੀਂ ਹੈ, ਅਕਾਲ ਤਖਤ ਨਹੀਂ ਸਾਹਿਬ ਹੈ ਤਾਂ EMPLOYEE ਆ ਨਾ, ਉਹਨਾਂ ਦੀਆਂ ਆਪਣੀਆਂ ਲਿਮਿਟਸ ਆ, ਉਹਨਾਂ ਦੇ ਕੋਲ ਕਿਹੜੀਆਂ ਪਾਵਰਸ ਆ ਉਹੀ ਯੂਜ਼ ਕਰ ਸਕਦੇ ਆ। ਫਿਰ ਜਿਹੜਾ ਇਹ ਕੀਤਾ ਗਿਆ ਹੈ, ਜਿਵੇਂ ਤੁਸੀਂ ਕਹਿੰਦੇ ਹੋ ਕਿ ਜੇ ਉਹਨਾਂ ਦਾ ਹੁਕਮ ਹੋਊਗਾ ਤਾਂ ਉਹ ਗੱਡੀ 'ਚ ਬੈਠ ਨਹੀਂ ਸਕਦੇ, ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਜਾਂਚ ਸੌਂਪੀ ਗਈ ਕਿ ਤੁਸੀਂ ਕਰਵਾਓ SGPC ਦੇ ਪ੍ਰਧਾਨ ਦੇ ਵੱਲੋਂ। ਫਿਰ ਇਹ ਆਜ਼ਾਦ ਰਹਿ ਕੇ ਹੋ ਸਕਦਾ? ਮੈਂ ਸਮਝਦਾ ਇਹ ਬਹੁਤ ਵੱਡੀ ਨਲਾਇਕੀ ਸੀ ਅੱਛਾ, SGPC ਦੇ ਮੌਜੂਦਾ ਪ੍ਰਬੰਧਕਾਂ ਦੀ। ਇਹ ਨਹੀਂ ਕਰਨਾ ਚਾਹੀਦਾ ਸੀ। ਹਰ ਡਿਪਾਰਟਮੈਂਟ ਵਿੱਚ SGPC ਤਾਂ ਚਲੋ ਕੌਮੀ ਸੰਸਥਾ ਹੈ, ਹਾਂਜੀ, ਬਾਕੀ ਡਿਪਾਰਟਮੈਂਟਾਂ ਵਿੱਚ ਵੀ ਚੰਗੇ ਮਾੜੇ ਬੰਦੇ ਹੁੰਦੇ ਆ ਜੀ, ਤੇ ਉਹਨਾਂ ਡਿਪਾਰਟਮੈਂਟਾਂ ਦੇ ਵਿੱਚ ਜੇ ਕੋਈ ਚੰਗਾ ਮਾੜਾ ਹੁੰਦਾ ਤੇ ਉਹਦਾ ਇਨਫਰਾਸਟ੍ਰਕਚਰ ਵੀ ਹੁੰਦਾ ਵੀ ਕਿਵੇਂ ਉਹਨੂੰ ਠੀਕ ਕਿਵੇਂ ਕਰਨਾ। ਠੀਕ ਹੈ। ਇਹਦੀ ਹੁਣ ਜਿਵੇਂ ਉਹ ਫਲਾਈਂਗ ਸਕੁਐਡ ਦਾ ਸੀਗਾ, ਫਲਾਈਂਗ ਸਕੁਐਡ ਇਨਕੁਆਇਰੀ ਕਰ ਸਕਦਾ ਸੀ, ਹਾਂਜੀ, ਪ੍ਰਧਾਨ ਜੀ ਖੁਦ ਇਨਕੁਆਇਰੀ ਕਰ ਸਕਦੇ ਸੀ, ਅੰਦਰ ਜਾਂਦੇ ਜਾ ਕੇ ਸਾਰਾ ਰਿਕਾਰਡ ਸੀਲ ਕਰ ਲੈਂਦੇ। ਆ ਜਿਹੜੀ ਰੋਜ਼ ਫਿਗਰ ਕਦੀ 267 ਕਹਿ ਦਿੰਦੇ, ਕਦੀ 328 ਕਹਿ ਦਿੰਦੇ ਆ, ਕਦੀ 14 ਕਹਿ ਦਿੰਦੇ, ਕਦੀ 80 ਕਹਿ ਦਿੰਦੇ, ਇਹ ਰੌਲਾ ਮੁੱਕਣਾ ਚਾਹੀਦਾ ਸੀ। ਤੇ ਇਹ ਜਾਂਚ ਰਿਪੋਰਟ ਤੇ ਸਿੱਖ ਸੰਗਤ ਨੂੰ ਹਾਲੇ ਵੀ ਮਤਲਬ ਕਿਉਂਕਿ ਹਲੇ ਜਨਤਕ ਨਹੀਂ ਸੀ ਹੋਈ, ਉਹ ਕਹਿ ਰਹੇ ਸੀ ਕਿ ਜਨਤਕ ਕਰੋ। ਕਈਆਂ ਨੂੰ ਇਤਰਾਜ਼ ਹੈ, ਜਿਹੜੇ ਕਈ 15 ਜਣੇ ਨੇ ਵਿੱਚ ਦੋਸ਼ੀ ਪਾਏ ਗਏ, ਉਹਨਾਂ ਦੇ ਵਿੱਚੋਂ ਇੱਕ ਅੱਧੇ ਜਣੇ ਦਾ ਸਾਨੂੰ ਵੀ ਫੋਨ ਆਇਆ ਕਿ ਅਸੀਂ ਨਿਰਦੋਸ਼ ਹੈਗੇ ਆ, ਸਾਨੂੰ ਜਾਣਬੁੱਝ ਕੇ ਫਸਾਇਆ ਗਿਆ। ਤੁਹਾਨੂੰ ਜਾਂਚ ਰਿਪੋਰਟ ਤੇ ਕਿੰਨਾ ਕੁ ਯਕੀਨ ਹੈ? ਬੇਟਾ ਮੈਨੂੰ ਇਦਾਂ ਲੱਗਦਾ ਵੀ ਇੱਕ ਤਾਂ ਜਿਹੜਾ ਈਸ਼ਰ ਸਿੰਘ ਸੀ ਨਾ, ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਸਟਮ ਦੀ ਸਮਝ ਘੱਟ ਸੀ। ਅੱਛਾ, ਉਹ ਜਜ਼ਬਾਤੀ ਤਾਂ ਹੋ ਸਕਦਾ, ਉਹਨੇ 15 ਤੱਕ ਕੰਪਲੀਟ ਕਰ ਦਿੱਤਾ, ਜਿਹੜਾ 15 ਦਾ ਆਡਿਟ ਸੀ ਹੋਇਆ ਹੈ ਨਾ, ਹਾਂਜੀ, ਪਰ ਉਹ ਅੱਗੇ ਤਾਂ ਤੁਰਿਆ ਹੀ ਨਹੀਂ। ਹੁਣ ਹਰ ਇੱਕ ਗੱਲ ਦੇ ਵਿੱਚ ਮੌਜੂਦਾ ਪ੍ਰਧਾਨ ਇਹ ਕਹਿ ਰਿਹਾ ਜੀ ਇਹ ਮੱਕੜ ਸਾਹਿਬ ਦੇ ਵੇਲੇ ਦਾ। ਹੁਣ ਜਿਹੜੀਆਂ 18 ਦੀਆਂ ਬੈਲੈਂਸ ਸ਼ੀਟਾਂ ਉਹਨਾਂ ਦੇ ਉੱਤੇ ਪ੍ਰਧਾਨ ਲੌਂਗੋਵਾਲ ਸਾਹਿਬ ਦੇ ਦਸਤਖਤ ਹੈ। ਠੀਕ ਹੈ। ਤੇ ਉਹਨਾਂ ਨੇ ਜਿਹੜੇ ਦਸਤਖਤ ਕੀਤੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਵੀ ਕਿੱਥੇ ਰਿਕਾਰਡ ਕਿੰਨਾ ਘਟ ਰਿਹਾ। ਠੀਕ ਹੈ, ਯਾਨੀ ਕਿ ਇਹਨਾਂ ਦੀ ਵੀ ਪੂਰੀ ਗਲਤੀ ਹੈ। 18 ਦੀ ਜਿਹੜੀ ਸਰਕਾਰੀ ਆਡੀਟਰ ਦੀ ਰਿਪੋਰਟ ਹੈ, ਉਹ ਲੇਡੀ ਨੇ ਉਹਦੇ ਉੱਤੇ ਲਿਖਿਆ ਵੀ ਇੱਥੇ ਸਰੂਪ ਮਿਲ ਨਹੀਂ ਰਹੇ, ਸਟੋਰ ਚੈੱਕ ਕੀਤਾ ਤੇ ਇਹਨਾਂ ਨੂੰ ਫਿਗਰ ਮਿਲ ਨਹੀਂ ਰਹੀ। ਉਹਨਾਂ ਨੇ ਰਜਿਸਟਰਾਂ ਦੇ ਵਿੱਚੋਂ ਤਾਂ ਉਹਨੂੰ ਪੂਰਾ ਕਰ ਦਿੱਤਾ, ਅੱਛਾ, ਲਿਖਤੀ ਤੌਰ ਤੇ, ਪਰ ਸਟਾਕ ਕਿਸੇ ਨੇ ਨਹੀਂ ਚੈੱਕ ਕੀਤਾ। ਕਿਹਨੇ ਪੂਰਾ ਕੀਤਾ ਹੈ? ਸਟਾਫ ਨੇ। ਸਟਾਫ ਦੇ ਵਿੱਚ ਪਾਵਰ ਤਾਂ ਪ੍ਰਧਾਨ ਸਾਹਿਬ ਕੋਲ ਹੁੰਦੀ ਹੈ। ਨਹੀਂ, ਸਟਾਫ ਨੇ ਕੀਤਾ, ਪਰ ਬੈਲੈਂਸ ਸ਼ੀਟ ਤੇ ਦਸਤਖਤ ਤਾਂ ਪ੍ਰਧਾਨ ਦੇ ਹੋਣੇ ਆ ਨਾ। ਠੀਕ ਹੈ। ਸਾਰੇ ਸਟਾਫ ਚੋਂ ਕੋਈ ਤਾਂ ਪ੍ਰਧਾਨ ਦਾ ਵਫਾਦਾਰ ਹੋਊਗਾ ਨਾ। PA ਉਹਨਾਂ ਨੇ ਆਪ ਲਾਇਆ, ਸੈਕਟਰੀ ਆਪ ਲਾਏ, ਐਡੀਸ਼ਨਲ ਸੈਕਟਰੀ ਆਪ ਲਾਏ, ਉਹਨਾਂ ਨੇ ਕਿਉਂ ਨਹੀਂ ਰਿਪੋਰਟ ਕੀਤੀ? ਜੀ। ਫਿਰ ਇੱਕ ਹੋਰ ਉਹਦੇ ਚ ਹੈਰਾਨੀ ਵਾਲੀ ਗੱਲ ਹੈ ਵੀ ਇੱਕ ਸਰਦਾਰ ਹਰਪਾਲ ਸਿੰਘ ਗਵਰਨਮੈਂਟ ਦਾ CA, ਠੀਕ ਹੈ, ਪ੍ਰਧਾਨ ਜੀ ਮੁੱਕਰ ਗਏ ਵੀ ਨਹੀਂ ਜੀ ਸਾਡੇ ਕੋਲ ਤਾਂ ਕੋਈ ਕੰਪਲੇਂਟ ਨਹੀਂ ਆਈ। ਉਹਨੇ ਲਿਖਤੀ ਕੰਪਲੇਂਟ ਕੀਤੀ ਪ੍ਰਧਾਨ ਜੀ ਨੂੰ, ਪਹਿਲਾਂ ਈਮੇਲਸ ਕੀਤੀਆਂ ਫਿਰ ਲਿਖਤੀ ਕੰਪਲੇਂਟ ਕੀਤੀ ਵੀ ਤੁਹਾਡਾ ਇੱਕ ਮੀਤ ਸੈਕਟਰੀ ਹੈ ਜਿਹੜਾ ਫਾਈਨਾਂਸ ਦਾ, ਸਤਿੰਦਰ ਸਿੰਘ ਨਾਂ ਉਹਦਾ, ਠੀਕ ਹੈ, ਵੀ ਇਹ ਸਾਨੂੰ ਰਿਕਾਰਡ ਹੀ ਨਹੀਂ ਦੇ ਰਿਹਾ, ਅਸੀਂ ਆਡਿਟ ਕੀ ਕਰੀਏ? ਬਿਲਕੁਲ। ਪ੍ਰਧਾਨ ਜੀ ਕਹਿੰਦੇ ਸਾਡੇ ਕੋਲ ਕੰਪਲੇਂਟ ਕੋਈ ਨਹੀਂ ਆਈ, ਜਦ ਕਿ ਹਕੀਕਤ ਇਹ ਹੈ ਵੀ ਪ੍ਰਧਾਨ ਜੀ ਨੇ ਉਸ ਕੰਪਲੇਂਟ ਦੇ ਆਧਾਰ ਤੇ 3 ਮੈਂਬਰੀ ਕਮੇਟੀ ਬਣਾਈ। ਠੀਕ ਹੈ। ਉਹ 3 ਮੈਂਬਰੀ ਕਮੇਟੀ ਦੀਆਂ 3-4 ਮੀਟਿੰਗਾਂ ਵੀ ਹੋਈਆਂ, ਬਾਅਦ ਚ ਉਸੇ ਕੇਸ ਨੂੰ ਪ੍ਰਧਾਨ ਜੀ ਦਾਖਲ ਦਫ਼ਤਰ ਕਰ ਰਹੇ ਆ। ਠੀਕ ਹੈ, ਯਾਨੀ ਕਿ ਇਸ ਮੁੱਦੇ ਨੂੰ ਪੂਰਾ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪਰਦਾ ਪਾਉਣ ਦੀ ਕੋਸ਼ਿਸ਼। ਮਤਲਬ ਜੇ ਤੁਸੀਂ ਹਰ ਗੱਲ 'ਚ ਕਹਿ ਰਹੇ ਹੋ ਜੀ ਸਰੂਪ ਐਨੇ ਨਹੀਂ ਐਨੇ ਸੀ ਐਨੇ, ਇਹ ਕੋਈ ਮਤਲਬ। ਜੇ ਤੁਸੀਂ ਇਹ ਕਹਿ ਕੇ ਛੁੱਟਣਾ ਚਾਹੁੰਦੇ ਹੋ ਵੀ ਮੱਕੜ ਸਾਹਿਬ ਦੇ ਵੇਲੇ ਦਾ ਸੀ ਤੇ ਤੁਸੀਂ ਤੁਹਾਡੇ ਬਾਅਦ ਦੇ ਵਿੱਚ ਬੈਲੈਂਸ ਸ਼ੀਟਾਂ ਬਣੀਆਂ, ਹਰ ਸਾਲ ਬਣਦੀਆਂ, 3 ਸਾਲ ਤੁਹਾਨੂੰ ਹੋ ਗਏ, ਉਹਦੇ 'ਚ ਤੁਸੀਂ ਕੀ ਦੇਖਦੇ? ਬਿਲਕੁਲ ਬਿਲਕੁਲ, ਕਿਉਂਕਿ ਹੁਣ ਤਾਂ ਇਹੀ ਲੱਗ ਰਿਹਾ ਵੀ ਜਿਹੜੇ ਬੰਦੇ ਇੱਥੋਂ ਜਾ ਚੁੱਕੇ ਨੇ ਦੁਨੀਆ ਤੋਂ, ਅਵਤਾਰ ਸਿੰਘ ਮੱਕੜ, ਉਹਨਾਂ ਦੇ ਸਿਰ ਤੇ ਸਾਰੀ ਗੱਲ ਇਹ ਪਾਈ ਜਾ ਰਹੀ ਹੈ ਕਿਤੇ ਨਾ ਕਿਤੇ। ਦੇਖੋ ਜਿਹੜੇ ਬੈਠੇ ਆ ਵਿਚਾਰੇ ਸਿੰਘ ਉੱਥੇ ਬੈਠੇ ਆ, ਉਹਨਾਂ ਦਾ ਦਰਦ ਵੀ ਇਹੀ ਆ ਵੀ ਸਾਨੂੰ ਇਹ ਤਾਂ ਦੱਸ ਦਿਓ ਨਾ ਵੀ ਸਰੂਪ ਕਿਹਨੇ ਦਿੱਤੇ, ਕਿੱਥੇ ਗਏ, ਕਿਹਦੇ ਹੁਕਮ ਨਾਲ ਗਏ। ਬਿਲਕੁਲ, ਹੁਣ ਕਿੱਥੇ ਨੇ ਸਰੂਪ? ਅੱਛਾ, ਇਹ ਕਿੱਡੀ ਕੁ ਵੱਡੀ ਗੱਲ ਹੈ ਜੀ। ਅੱਜ ਵੀ ਪ੍ਰਧਾਨ ਜੀ ਅੰਦਰ ਚਲੇ ਜਾਣ, ਦਫ਼ਤਰ ਜਾਣ, ਮੈਂ ਤਾਂ ਕਹਿੰਦਾ ਜਿਹੜੇ ਸਿੰਘ ਬੈਠੇ ਆ ਉਹਨਾਂ ਚੋਂ ਵੀ 2-4 ਸਿੰਘਾਂ ਨੂੰ ਨਾਲ ਲੈ ਜਾਣ, ਹੋਰ ਪੰਥਕ ਸੰਸਥਾਵਾਂ ਦੇ ਬੰਦਿਆਂ ਨੂੰ ਲੈ ਜਾਣ, ਜਥੇਦਾਰ ਸਾਹਿਬ ਨੂੰ ਨਾਲ ਲੈ ਜਾਣ। ਜਿਹੜਾ ਰਿਕਾਰਡ ਲੋਕ ਅੰਦਰੋਂ ਚੋਰੀ ਕਰਕੇ ਗਲੀਆਂ 'ਚ ਬੋਲ ਰਹੇ ਆ, ਉਹ ਪਿਆ ਤਾਂ ਇਹਨਾਂ ਕੋਲ ਹੀ ਹੈ ਨਾ। ਬਿਲਕੁਲ। ਇਹ ਦੱਸਣ ਕੌਮ ਨੂੰ ਵੀ ਇਸ ਸਮੇਂ ਦੇ ਵਿੱਚ ਕਿੰਨਾ ਪੇਪਰ ਅਲਾਟ ਹੋਇਆ ਛਾਪਣ ਦੇ ਲਈ, ਕਿੰਨਾ ਕੰਜ਼ਿਊਮ ਹੋਇਆ, ਕਿੰਨਾ ਵੇਸਟ ਹੋਇਆ, ਕਿੰਨੇ ਸਰੂਪ ਬਣੇ, ਕਿੰਨਿਆਂ ਦੀ ਪ੍ਰੂਫ ਰੀਡਿੰਗ ਹੋਈ, ਕਿੰਨੇ ਸਟੋਰ ਲੈਦਰਾਂ ਚੜੇ, ਕਿੰਨੇ ਭੇਟਾ ਰਹਿਤ ਦਿੱਤੇ ਗਏ, ਕਿੰਨੇ ਭੇਟਾ ਸਹਿਤ ਦਿੱਤੇ ਗਏ, ਸਾਰਾ ਪਤਾ ਲੱਗਿਆ ਜੀ। ਅੱਛਾ, ਜਿਹੜੇ ਉਹ ਮੁਲਾਜ਼ਮ ਜਿਹੜਾ ਬਾਰ-ਬਾਰ ਕਦੀ 14 ਕਹਿੰਦਾ, ਕਦੀ 80 ਕਹਿੰਦਾ, ਕਦੀ ਕੁਝ ਬੋਲੀ ਜਾਂਦਾ, ਕਦੀ ਕੁਝ, ਉਹਦੇ ਤੇ ਯਕੀਨ। ਇਹ ਤੇ ਵੀ ਬਿਲਕੁਲ ਪਾਲ ਸਾਹਿਬ, ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗੀ ਕਿਉਂਕਿ ਤੁਸੀਂ ਉਸ ਵਕਤ ਸੀਗੇ ਜਨਰਲ ਸੈਕਟਰੀ, ਤੁਸੀਂ ਉੱਥੇ ਮੌਕਾ ਵੀ ਦੇਖਣ ਗਏ, 12 ਵਜੇ ਗਏ ਹੋ ਚਾਹੇ, ਕਿ 14 ਸਰੂਪ ਕਹਿ ਰਹੀ ਹੈ SGPC, ਪਰ ਕਮਲਜੀਤ ਸਿੰਘ ਕਹਿ ਰਿਹਾ 80 ਸਰੂਪ ਹੈ, ਔਰ ਇੱਕ ਚਿੱਠੀ ਵੀ ਬਾਹਰ ਨਿਕਲਦੀ ਹੈ। ਉਹ ਚਿੱਠੀ ਨਹੀਂ ਹੈ, ਉਹ ਇੱਕ ਆਫਿਸ ਨੋਟ ਹੈ ਜਿਹਦਾ ਜ਼ਿਕਰ ਆਪਾਂ, ਉਹਦੇ ਵਿੱਚ ਵੀ 80 ਸਰੂਪਾਂ ਦਾ ਜ਼ਿਕਰ ਹੈ। ਉਹ ਪਹਿਲੀ ਤਾਂ ਗੱਲ ਇਹ ਹੈ ਵੀ ਉਹ 15-16 ਦੀ ਗੱਲ ਹੈ,
ਸਰੂਪ ਅਗਨ ਉਹ 20 'ਚ ਕਿਉਂ ਲੈ ਕੇ ਆਉਂਦਾ ਆਫਿਸ ਨੋਟ? 4 ਸਾਲ ਕੀ ਕਰਦਾ ਰਿਹਾ ਜੀ 4 ਸਾਲ ਬਾਅਦ ਜੇ ਉਹ ਲੈ ਕੇ ਆਉਂਦਾ ਜੀ 65 ਸਰੂਪ ਹੋ ਰਿਹਾ ਜੀ ਵਿੱਚ, ਤੇ ਉਹ ਰੂਪ ਸਿੰਘ ਕਹਿੰਦਾ ਜੀ ਮੈਨੂੰ ਰਿਪੋਰਟ ਕਰੋ 4 ਸਾਲ ਬਾਅਦ ਤੁਸੀਂ ਕਿਉਂ ਆਏ ਹੋ? ਤੇ ਉਹਦੀ ਰਿਪੋਰਟ ਨਹੀਂ ਜਾਂਦੀ। ਅੱਛਾ 14 ਹੁਣ ਦੇਖੋ 80 ਸਰੂਪ ਹੈ, 15 20 ਹੈ, ਜਿੰਨੇ ਮਰਜ਼ੀ ਵੀ ਹੈ ਨਾ, ਉਹ ਉਸ ਗੱਲ ਨੂੰ ਵੀ ਆਪਾਂ ਛੱਡ ਦਿੰਦੇ ਹਾਂ। ਪਰ ਇਹ ਗੱਲ ਬਹੁਤ ਵੱਡੀ ਹੈ ਭਾਰ ਨਹੀਂ ਸਾਹਿਬ, ਗੱਲ ਕਿੰਨੇ ਸੀ ਸਰੂਪ? ਗੱਲ ਵੱਡੀ ਹੈ, ਪਰ ਹੁਣ ਗੱਲ ਇਹ ਹੈ ਵੀ 20 ਚੋਂ ਰਿਟਾਇਰ ਹੁੰਦਾ, ਹਾਂਜੀ 20 ਦੇ ਵਿੱਚ ਪਤਾ ਲੱਗਦਾ 267 ਸਰੂਪ ਘੱਟ ਹੈ, ਪ੍ਰਧਾਨ ਜੀ ਕਹਿੰਦੇ ਜੀ ਇਹ ਪੈਸੇ ਖਾ ਗਏ, ਹਾਂਜੀ ਹੈ ਨਾ। ਅੱਛਾ ਪੈਸੇ ਖਾ ਗਏ ਤੇ ਉਹ ਇਹ ਕਹਿ ਰਿਹਾ ਵੀ ਮੇਰੇ ਕੋਲੋਂ ਧੱਕੇ ਨਾਲ ਕਾਗਜ਼ਾਂ ਤੇ ਸਾਈਨ ਕਰਾਏ। ਹੁਣ ਉਹਨੂੰ ਦੱਸਣਾ ਚਾਹੀਦਾ ਵੀ ਧੱਕਾ ਕਿਹਨੇ ਕੀਤਾ, ਉਹਦੇ ਨਾਲ? ਕਿਹਨੇ ਕੀਤਾ, ਬਿਲਕੁਲ ਕਿਸ ਬੰਦੇ ਨੇ ਧੱਕਾ ਕਰਕੇ ਉਹਦੇ ਕੋਲ ਲਿਖਾਇਆ, ਉਹਨੂੰ ਸ਼ਰਮ ਕਾਹਦੀ ਹੈ? ਹੈ ਜੀ। ਤੇ ਦੂਜੀ ਗੱਲ ਇਹ ਹੈ ਵੀ ਪ੍ਰਧਾਨ ਜੀ ਇਹ ਕਹਿ ਰਹੇ ਆ ਵੀ ਇਹ ਮੁਲਾਜ਼ਮਾਂ ਦੀ ਗਲਤੀ ਹੈ, ਉਹ ਦੱਸਣ ਕਿਹੜੇ ਕਿਹੜੇ ਮੁਲਾਜ਼ਮ ਦੀ ਗਲਤੀ ਹੈ। ਬਿਲਕੁਲ ਬਾਰ-ਬਾਰ ਅੱਜ ਕੱਲ ਵੀ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਮੁਲਾਜ਼ਮਾਂ ਦੀ ਗਲਤੀ ਹੈ, ਸਰੂਪ ਗਾਇਬ ਨਹੀਂ ਹੋਏ ਕਿਤੇ, ਸਰੂਪਾਂ ਦੇ ਸਿਰਫ ਪੈਸੇ ਖਾਦੇ ਆ ਇਹਨਾਂ ਨੇ, ਉਹ ਡਿਟੇਲ ਦੇ ਵਿੱਚ ਚੜਾਏ ਨਹੀਂ ਉਹ ਵੀ ਸਵਾਲ ਤਾਂ ਉੱਥੇ ਹੀ ਖੜਾ ਹੈ। ਉਹ ਵੀ ਗੱਲ ਤਾਂ ਬੜੀ ਮਾੜੀ ਹੈ। ਹਾਂਜੀ ਜੇ ਉਹਨਾਂ ਨੇ ਬਦਨੀਤੀ ਦੇ ਨਾਲ ਸਰੂਪ ਦੇ ਦਿੱਤੇ, ਭੇਟਾ ਲੈ ਲਈ, ਤੇ ਉਹ ਵੀ ਬਦਨੀਤੀ ਹੈ। ਹਾਂਜੀ ਤੇ ਉਹ ਜੇ ਚਲੋ ਮੈਂ ਤਾਂ ਕਹਿੰਦਾ ਪਹਿਲਾਂ ਕੋਈ ਪ੍ਰਧਾਨ ਸੀ, ਹੁਣ ਕੋਈ ਆ, ਕਿਵੇਂ ਆ, ਉਹ ਛੱਡ ਦਿਓ। ਹੁਣ ਐਡਾ ਵੱਡਾ ਮਸਲਾ ਕੌਮ ਦੇ ਸਿਰ ਪਿਆ, ਹੁਣ ਕਿਉਂ ਨਹੀਂ ਤਫਤੀਸ਼ ਕੀਤੀ? ਬਿਲਕੁਲ ਹੁਣ ਤਫਤੀਸ਼ ਪਰ ਉਹਨਾਂ ਨੇ ਤਾਂ ਆਪਣੇ ਵੱਲੋਂ ਕਰਤੀ ਹੈ ਨਾ ਭਾਰ ਸਾਹਿਬ, ਤਫਤੀਸ਼ ਕਰਤੀ ਹੈ, ਪਰ ਸੰਗਤ ਦੀ ਤਸੱਲੀ ਨਹੀਂ ਹੋ ਰਹੀ। ਧਰਨੇ ਤੇ ਬੈਠੀ ਸੰਗਤ ਨੂੰ ਤਸੱਲੀ ਨਹੀਂ ਹੋ ਰਹੀ। ਤਸੱਲੀ ਹੋ ਵੀ ਨਹੀਂ ਸਕਦੀ, ਤਸੱਲੀ ਇਸ ਕਰਕੇ ਨਹੀਂ ਹੋ ਸਕਦੀ ਬਹੁਤੇ ਬੰਦਿਆਂ ਨੂੰ ਸਿਸਟਮ ਦੀ ਸਮਝ ਨਹੀਂ। ਦੂਜੀ ਗੱਲ ਇਹ ਹੈ ਵੀ ਪ੍ਰਧਾਨ ਜੀ ਨੇ ਆਪਣੀ ਅਣਗਹਿਲੀ ਇੰਨੀ ਵਰਤੀ, ਉਸ ਤੋਂ ਬਾਅਦ ਇਸ ਘਟਨਾ ਘਟਣ ਤੋਂ ਬਾਅਦ ਜਿਸ ਦਿਨ ਇਹ ਸਾਰਾ ਲਾਈਮਲਾਈਟ ਹੋਇਆ, ਪ੍ਰਧਾਨ ਜੀ ਨੇ ਤਾਂ ਮੀਟਿੰਗਾਂ ਵੀ ਮੈਡੀਕਲ ਕਾਲਜ ਕੀਤੀਆਂ। ਅੱਛਾ ਜੇ ਉਹ ਸੰਗਰੂਰ ਤੋਂ ਚੱਲ ਕੇ ਅੰਮ੍ਰਿਤਸਰ ਆ ਗਏ ਤੇ ਮੈਡੀਕਲ ਕਾਲਜ ਦੀ ਬਜਾਏ ਮੀਟਿੰਗ ਕਰਨੀ ਬਜਾਏ ਦਫ਼ਤਰ ਕਿਉਂ ਨਹੀਂ ਕਰਦੇ ਆਪਣੇ? ਇਹਦਾ ਕੀ ਕਾਰਨ ਹੋ ਸਕਦਾ? ਪਤਾ ਨਹੀਂ, ਉਹ ਉਹਨਾਂ ਨੂੰ ਫੇਸ ਨਹੀਂ ਕਰਨਾ ਚਾਹੁੰਦੇ। ਚਾਹੀਦਾ ਤਾਂ ਇਹ ਸੀ ਵੀ ਪ੍ਰਧਾਨ ਜੀ ਆਪਣੇ ਭਰੋਸੇਮੰਦ ਬੰਦਿਆਂ ਨੂੰ ਨਾਲ ਲੈਂਦੇ, ਪਬਲੀਕੇਸ਼ਨ ਡਿਪਾਰਟਮੈਂਟ ਕਰ ਦਿੰਦੇ ਸੀਲ, ਤੇ ਨਾਲ ਲੈਂਦੇ ਫਲਾਈਂਗ ਸਕੁਐਡ ਨੂੰ ਵੀ ਲਿਆਓ ਵੀ ਮੈਨੂੰ ਪੇਪਰ ਦਿਖਾ ਲਓ ਸਾਰੇ ਜੀ, ਤੇ ਜੋ ਰਾਈਟ ਫਿਗਰ ਤੇ ਕੌਮ ਦੇ ਸਾਹਮਣੇ ਰੱਖ ਦਿੰਦੇ, ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਦਿੰਦੇ। ਹੁਣ ਲੱਭਣਾ ਤਾਂ ਇਹੀ ਆ ਨਾ ਬਈ ਸਰੂਪ ਕਿਹਨੇ ਦਿੱਤੇ, ਕਿਹਨੂੰ ਦਿੱਤੇ, ਭੇਟਾ ਰਹਿਤ ਦਿੱਤੇ, ਭੇਟਾ ਸਹਿਤ ਦਿੱਤੇ, ਕਿਹਦੇ ਕਹਿਣ ਤੇ ਦਿੱਤੇ, ਕਿਹਦੇ ਕਹਿਣ ਤੇ ਦਿੱਤੇ, ਇਹ ਸਵਾਲ ਨਹੀਂ। ਬਿਲਕੁਲ ਅੱਛਾ ਹੁਣ ਆਹ ਡੇਰਿਆਂ 'ਚ ਤੁਰੇ ਫਿਰਦੇ ਆ ਜਾ ਕੇ ਬਈ ਜੀ ਉੱਥੇ ਤੁਸੀਂ ਦੱਸੋ ਜੀ ਤੁਹਾਡਾ ਸੀਰੀਅਲ ਨੰਬਰ ਕੀ ਹੈ, ਇਹ ਡੇਰਿਆਂ 'ਚੋਂ ਲੱਭਣਗੇ। ਜਦੋਂ ਤੁਸੀਂ ਪੈਸੇ ਲੈ ਕੇ ਸਰੂਪ ਦਿੱਤੇ, ਚਾਹੇ ਭੇਟਾ ਰਹਿਤ ਦਿੱਤੇ ਆ, ਇੱਕੋ ਥਾਂ ਤੋਂ ਜਾਂਦੇ ਨੇ, ਤੁਹਾਡੇ ਕੋਲ ਰਿਕਾਰਡ ਹੈ। ਹਾਂਜੀ ਤੁਸੀਂ ਪੈਸੇ ਲੈਣ ਵਾਲੇ ਜਾਂ ਸੇਵਾ 'ਚ ਦਿੱਤੇ ਆ ਤੇ ਉਹ ਰਿਕਾਰਡ ਨੂੰ ਟੈਲੀ ਕਰੋ, ਜਿੱਥੇ ਤੁਸੀਂ ਦਿੱਤੇ ਉੱਥੇ ਜਾ ਕੇ ਚੈੱਕ ਕਰ ਲਓ। ਤੁਸੀਂ ਤਾਂ ਅਣਜਾਣ ਡੇਰਿਆਂ 'ਚ ਜਾ ਕੇ ਲੱਭ ਰਹੇ, ਇਹ ਘਟਾ ਪਾਉਣ ਵਾਲੀਆਂ ਗੱਲਾਂ ਹੀ ਨੇ ਨਾ। ਜੀ ਜੀ। ਸੋ ਭਾਰ ਸਾਹਿਬ ਇਹ ਪ੍ਰਧਾਨ ਸਾਹਿਬ ਨੂੰ ਮਤਲਬ ਕੀ ਤੁਹਾਨੂੰ ਲੱਗਦਾ ਵੀ ਜਾਣਕਾਰੀ ਸਲਾਹਕਾਰ ਮਾੜੇ ਨੇ, ਜਾਣਕਾਰੀ ਨਹੀਂ ਹੈ, ਕਿਉਂ ਛੁਪਾਉਣਾ ਚਾਹੁੰਦੇ ਨੇ ਜੇ ਉਹ ਗਲਤ ਨਹੀਂ ਹੈਗੇ? ਨਹੀਂ ਇਦਾਂ ਨਹੀਂ ਗੱਲ ਬਣਦੀ ਹੁੰਦੀ। ਦੇਖੋ ਜਿਹੜਾ ਉਹ ਕਹਿੰਦੇ ਨਾ ਫਲਾਨਾ ਮੈਂ ਨਹੀਂ ਸੀ ਜੀ ਉਸ ਵੇਲੇ, ਫਲਾਨਾ ਸੀ। ਹਾਂਜੀ ਕਿਉਂਕਿ ਉਹਨਾਂ ਦਾ ਤਾਂ ਇੱਕੋ ਹੀ ਹੈ ਤਰਕ ਕਿ ਮੈਂ ਤਾਂ ਹੈ ਨਹੀਂ ਸੀ ਉਦੋਂ। ਦੇਖੋ ਹੁਣ ਤਾਂ ਤੁਸੀਂ ਆ ਨਾ, ਹੁਣ ਦੀਆਂ ਜਿਹੜੀਆਂ ਤੁਸੀਂ 15 ਤੋਂ ਬਾਅਦ ਦੀਆਂ ਤੁਸੀਂ 18 'ਚ ਬਣੇ ਆ, 18 ਤੋਂ ਲੈ ਕੇ 20 ਤੱਕ 3 ਸਾਲ ਦੀਆਂ ਬੈਲੈਂਸ ਸ਼ੀਟਾਂ ਤਾਂ ਤੁਸੀਂ ਸਾਈਨ ਕੀਤੀਆਂ। ਹਾਂਜੀ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਾ। ਤਾਂ ਭਾਰ ਸਾਹਿਬ ਇਹ ਵੀ ਅਸੀਂ ਜਾਣਨਾ ਚਾਹਾਂਗੇ ਕਿ ਪਬਲੀਕੇਸ਼ਨ ਬਿਊਰੋ ਦੇ ਵਿੱਚ ਸਿਸਟਮ ਕੀ ਹੈ? ਥੋੜਾ ਜਿਹਾ ਤੁਸੀਂ ਬਰੀਫ ਤਰੀਕੇ ਨਾਲ ਸੰਗਤ ਨੂੰ ਜ਼ਰੂਰ ਸਮਝਾਓ ਕਿ ਸਰੂਪ ਉੱਥੇ ਜਦੋਂ ਛਪਾਈ ਹੁੰਦੀ ਹੈ, ਰਿਕਾਰਡ ਜਿਹੜਾ ਕਿੰਨੇ ਪੜਾਵਾਂ ਦੇ ਵਿੱਚ ਚੜ੍ਹਦਾ ਹੈ ਤੇ ਕਿਵੇਂ ਸਰੂਪ ਜਾਂਦੇ ਨੇ? ਦੇਖੋ ਬੇਟਾ ਜਦੋਂ ਸਰੂਪ ਛਪਦੇ ਆ, ਹਾਂਜੀ, ਉਹਦਾ ਇੱਕ ਜਿਵੇਂ ਆਪਾਂ ਕਹਿੰਦੇ ਨਾ ਆਰਡਰ ਆਉਂਦਾ ਵੀ ਇੰਨੇ ਸਰੂਪ ਛਾਪਣੇ। ਠੀਕ ਹੈ। ਮਿਸਾਲ ਦੇ ਤੌਰ ਤੇ 5000 ਸਰੂਪ ਛਾਪਣਾ ਸਾਲ 'ਚ, ਹਾਂ ਮਿਸਾਲ ਦੇ ਤੌਰ ਤੇ। ਜੀ। ਤੇ ਉੱਥੋਂ ਦਾ ਜਿਹੜਾ ਇੰਚਾਰਜ ਹੈ ਪਬਲੀਕੇਸ਼ਨ ਦਾ, ਉਹ ਚੀਫ ਸੈਕਟਰੀ ਕੋਲ ਪਹੁੰਚ ਕਰਦਾ ਵੀ ਜੀ ਆਹ ਇੰਨੇ ਸਰੂਪ ਛਾਪਣੇ ਆ ਤੇ ਇਹਦੇ ਲਈ ਪੇਪਰ ਅਲਾਟ ਕਰਨਾ। ਠੀਕ ਹੈ। ਕੰਸਰਨਡ ਅਧਿਕਾਰੀ ਉਹਦੇ ਲਈ ਪੇਪਰ ਅਲਾਟ ਕਰ ਦਿੰਦਾ। ਠੀਕ ਹੈ। ਉਹਦੇ 'ਚ ਕੁਝ ਵੇਸਟੇਜ ਵੀ ਰੱਖੀ ਹੁੰਦੀ ਹੈ ਵੀ ਇੰਨੀ ਵੇਸਟੇਜ ਹੋ ਸਕਦੀ ਹੈ, ਜਿਹੜੀ ਹੁਣ ਡਿਜੀਟਲ ਪ੍ਰਿੰਟਿੰਗ ਕਰਕੇ ਹੁੰਦੀ ਨਹੀਂ। ਠੀਕ ਹੈ। ਅੱਛਾ ਫਿਰ ਕੀ ਹੈ, ਪੇਪਰ ਅਲਾਟ ਕੀਤੇ ਦਾ ਵੀ ਰਿਕਾਰਡ ਹੁੰਦਾ, ਪੇਪਰ ਜਿਹੜਾ ਕੰਜ਼ਿਊਮ ਹੋਇਆ ਉਹਦਾ ਵੀ ਰਿਕਾਰਡ ਹੁੰਦਾ, ਜਿੰਨਾ ਪੇਪਰ ਪ੍ਰਿੰਟ ਹੋਇਆ ਉਹਦਾ ਵੀ ਰਿਕਾਰਡ ਹੁੰਦਾ, ਜਿੰਨਾ ਵੇਸਟ ਗਿਆ ਉਹਦਾ ਵੀ ਰਿਕਾਰਡ ਹੁੰਦਾ। ਸਾਰਾ ਕੁਝ ਆ। ਉਹ ਨੱਥੂ ਰਾਮ ਦੀ ਹੱਟੀ ਤਾਂ ਹੈ ਨਹੀਂ ਵੀ ਜਿਹੜਾ ਮਰਜ਼ੀ ਜਾ ਕੇ 2 ਚਾਕੀਆਂ ਚੱਕ ਕੇ ਲੈ ਜਾਵੇ। ਬਿਲਕੁਲ। ਉੱਥੇ ਸਾਰੇ ਸਟਾਕ ਰਜਿਸਟਰ ਆ, ਸਟਾਕ ਮੇਨਟੇਨ ਹੁੰਦਾ, ਸਟਾਕ ਕਲੈਜ਼ਰਸ ਹੈਗੀਆਂ। ਉਹ ਇਦਾਂ ਨਹੀਂ ਹੈ ਵੀ ਕੋਈ ਬੰਦਾ ਆਪਣੀ ਮਰਜ਼ੀ ਨਾਲ ਕੱਢ ਲਵੇ। ਹਾਂਜੀ। ਅੱਛਾ ਫਿਰ ਕੀ ਹੋਇਆ, ਜਦੋਂ ਇਹ ਸਾਰਾ ਹੋ ਜਾਂਦਾ ਫਿਰ ਛਪਾਈ ਤੋਂ ਬਾਅਦ ਫਿਰ ਉਹਦੀ ਪ੍ਰੂਫ ਰੀਡਿੰਗ ਹੁੰਦੀ ਆ। ਠੀਕ ਹੈ। ਫਿਰ ਪ੍ਰੂਫ ਰੀਡਿੰਗ ਤੋਂ ਬਾਅਦ ਬਾਈਂਡਿੰਗ ਹੁੰਦੀ ਆ, ਫਿਰ ਉਹ ਸਟੋਰ 'ਚ ਆਉਂਦੇ ਨੇ, ਸਟੋਰ ਫਿਰ ਸਟੋਰ ਲੈਜ਼ਰਾਂ 'ਚ ਚੜ੍ਹਦੇ ਨੇ। ਠੀਕ ਹੈ। ਫਿਰ ਜਦੋਂ ਦਿੱਤੇ ਜਾਂਦੇ ਨੇ, ਚਾਹੇ ਭੇਟਾ ਰਹਿਤ ਦਿੱਤੇ ਜਾਣ ਜਾਂ ਭੇਟਾ ਸਹਿਤ ਦਿੱਤੇ ਜਾਣ, ਉਹਦਾ ਰਿਕਾਰਡ ਬਣਦਾ। ਆਪਣੀ ਮਰਜ਼ੀ ਨਾਲ ਤਾਂ ਕੋਈ ਦੇ ਨਹੀਂ ਸਕਦਾ।
ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਰਾ ਕੁਝ ਚੇਨ ਬਣਾ ਕੇ ਲੱਭੀਆਂ ਜਾ ਸਕਦੀਆਂ ਸੀ ਅੰਦਰੋਂ। ਬਿਲਕੁਲ। ਕੋਈ ਐਡੀ ਵੱਡੀ ਗੱਲ ਨਹੀਂ ਸੀ। ਉੱਥੇ ਰਿਪੋਰਟ ਦੇ ਵਿੱਚ ਉਦੋਂ ਵੀ ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਕਿ ਸਟੋਰ ਲੈਜਰ ਦੇ ਵਿੱਚ ਹੈ ਜਿਹੜੀ ਉਹ ਅਣਗਹਿਲੀ ਪਾਈ ਗਈ ਹੈ। ਉੱਥੇ ਸਿਰਫ ਇੱਕ ਕਰਮਚਾਰੀ ਦੀ ਡਿਊਟੀ ਹੁੰਦੀ ਹੈ ਜਾਂ ਕਰਮਚਾਰੀ ਗਰੁੱਪ ਆਫ ਮੈਂ ਕਰਮਚਾਰੀ? ਤੁਹਾਨੂੰ ਦੱਸਿਆ ਨਾ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕਲੈਰੀਕਲ ਸਟਾਫ, ਫਿਰ ਸੁਪਰਵਾਈਜ਼ਰ, ਸੁਪਰਡੈਂਟ, ਫਿਰ ਡਿਪਟੀ ਸੈਕਟਰੀ, ਫਿਰ ਐਡੀਸ਼ਨਲ ਸੈਕਟਰੀ, ਫਿਰ ਸੈਕਟਰੀ। ਠੀਕ ਹੈ। ਹਰ ਇੱਕ ਡਿਪਾਰਟਮੈਂਟ ਦਾ ਇਦਾਂ ਹੀ ਸੈਟਅਪ ਹੈ ਤੇ ਉਹ ਕਿਸੇ ਨੇ ਤਾਂ ਚੈੱਕ ਕੀਤਾ ਹੀ ਹੋਊ ਨਾ। ਬਿਲਕੁਲ। ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਸਜ਼ਾ ਦੇਣ। ਹਾਂਜੀ। ਹਾਂ, ਇੱਕ ਗੱਲ ਜ਼ਰੂਰ ਹੈ, ਜਿਹੜੇ ਅੱਗ ਤੇ ਪਾਣੀ ਨਾਲ ਨੁਕਸਾਨੇ ਸਰੂਪਾਂ ਤੋਂ ਇਲਾਵਾ ਜਿਹੜੇ ਬਾਕੀ ਸਰੂਪ ਦਿੱਤੇ, ਚਾਹੇ ਭੇਟਾ ਉਹਦੀ ਕਿਸੇ ਨੇ ਜੇਬ 'ਚ ਹੀ ਪਾ ਲਈ, ਹਾਂਜੀ। ਬੇਅਦਬੀ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਬੇਅਦਬੀ ਇਸ ਕਰਕੇ ਨਹੀਂ ਹੋ ਸਕਦੀ, ਇੱਕ ਉਹਦਾ ਸੈੱਟ ਪ੍ਰੋਸੀਜਰ ਹੈ। ਜੀ। ਜਦੋਂ ਥੱਲਿਓਂ ਪ੍ਰੋਸੀਜਰ ਹੋ ਕੇ ਆਉਂਦਾ ਨਾ, ਹਾਂਜੀ। ਕਿਸੇ ਨੂੰ ਡਿਮਾਂਡ ਹੁੰਦੀ ਹੈ, ਮਹਾਰਾਜ ਦਾ ਸਰੂਪ ਚਾਹੀਦਾ, ਕਿਸੇ ਦਾ ਬਿਰਧ ਹੋ ਗਿਆ, ਉਹ ਫਿਰ ਸਾਡੇ ਪ੍ਰਚਾਰਕ ਜਾ ਕੇ ਮੌਕੇ ਦੀ ਰਿਪੋਰਟ ਕਰਦੇ ਆ, ਇੱਥੇ ਮਰਜ਼ਾਦਾ ਹੈ ਜਾਂ ਨਹੀਂ ਹੈ। ਠੀਕ ਹੈ। ਫਿਰ ਉਹਨੂੰ ਹਲਕੇ ਦਾ ਮੈਂਬਰ ਜਿਹੜਾ ਉਹਨੂੰ ਸਾਈਨ ਕਰਕੇ ਦਿੰਦਾ ਵੀ ਠੀਕ ਹੈ ਜੀ, ਮੈਂ ਇਹਦੀ ਰਿਪੋਰਟ ਨਾਲ ਸਹਿਮਤੀ ਰਾਂ। ਫਿਰ ਉਹ ਸੈਕਟਰੀ ਕੋਲ ਜਾਂਦੀ, ਸੈਕਟਰੀ ਆਗਿਆ ਕਰਦਾ ਤੇ ਫਿਰ ਪਬਲਿਕੇਸ਼ਨ ਡਿਪਾਰਟਮੈਂਟ 'ਚੋਂ ਦਿੱਤੇ ਜਾਂਦੇ ਨੇ ਸਰੂਪ। ਠੀਕ ਹੈ। ਅੱਛਾ, ਦਿੱਤੇ ਕਿੱਦਾਂ ਜਾਂਦੇ ਨੇ? ਭੇਟਾ ਚਾਹੇ ਕੋਈ ਜੇਬ 'ਚ ਪਾ ਲਵੇ, ਚਾਹੇ ਕਿਵੇਂ ਕਰ ਲਵੇ, ਉਹ ਅਲੱਗ ਵਿਸ਼ਾ। ਜੀ। ਉੱਥੇ ਇਹ ਜ਼ਰੂਰ ਦੇਖਿਆ ਜਾਂਦਾ ਵੀ ਕੀ ਪੰਜ ਸਿੰਘ ਆਏ ਆ ਨਾਲ ਮਹਾਰਾਜ ਦਾ ਸਰੂਪ ਲੈਣ, ਮਰਿਆਦਾ ਕੀ ਦੇਖੀ ਹੈ। ਗੱਡੀ ਠੀਕ ਹੈ, ਕੀ ਇਹਨਾਂ ਕੋਲ ਪੀੜਾ ਹੈਗਾ, ਜੀ। ਚੌਰ ਸਾਹਿਬ ਹੈਗਾ, ਇਹ ਮਰਜ਼ਾਦਾ ਜ਼ਰੂਰ ਦੇਖੀ ਜਾਂਦੀ ਹੈ। ਠੀਕ ਜੇ ਕਿਸੇ ਨੂੰ ਦਿੱਤੇ ਮਰਜ਼ਾਦਾ ਨਾਲ ਹੀ ਹੋਣਗੇ। ਪਰ ਇਹ ਜੁਦੀ ਗੱਲ ਹੈ ਵੀ ਉਹਨਾਂ ਨੇ ਸਟਾਕ ਮੇਨਟੇਨ ਨਹੀਂ ਕੀਤਾ, ਜਾਂ ਉਹ ਜਾਣਬੁੱਝ ਕੇ ਨਹੀਂ ਕੀਤਾ, ਜਾਂ ਅਣਗਹਿਲੀ ਹੈ। ਬਹੁਤ ਵੱਡੀ ਬੇਈਮਾਨੀ ਹੈ। ਹਾਂ, ਹੁਣ ਜੇ ਕਮਲਜੀਤ ਸਿੰਘ ਸੱਚਾ ਬਣਨਾ ਚਾਹੁੰਦਾ ਨਾ, ਜਿਹੜੇ 15-16 ਦੂਜੇ ਵੀ ਹੈ, ਉਹਨੂੰ ਹੁਣ ਕੀ ਉਹਨੂੰ ਸੰਗ ਲੱਗਦੀ ਹੈ? ਉਹ ਦੱਸੇ ਕਿਹਦੇ ਹੁਕਮ ਤੇ ਦਿੱਤੇ ਆ? ਜੀ। ਪਰਚੀਆਂ ਦੇ ਉਹ ਕਹਿੰਦਾ ਮੇਰੇ ਕੋਲ ਪਰਚੀਆਂ ਖੋਲੀਆਂ, ਦੱਸੇ ਕਿਹਨੇ ਖੋਲੀ? ਉਹ ਦੱਸੇ ਕਿਸ ਬੰਦੇ ਦਾ ਹੁਕਮ ਸੀ, ਕਿਹਦੇ ਕਹਿਣ ਤੇ ਦਿੱਤੇ, ਤੇ ਕਿਹਦੇ ਕਿਉਂ ਦਿੱਤੇ, ਕਿੱਥੇ ਦਿੱਤੇ, ਦੱਸੇ ਉਹ ਸਾਰੀ ਗੱਲ। ਜੀ ਬਿਲਕੁਲ। ਸੋ ਪਰ ਸਾਹਿਬ, ਜਿਹੜਾ 14 ਤੇ 80 ਸਰੂਪਾਂ ਦਾ ਮਸਲਾ ਹੈ, ਤੁਸੀਂ ਕਹਿ ਰਹੇ ਸੀ ਕਿ ਜਿਹੜੇ 65 ਸਰੂਪ ਨੇ ਇਹ ਮਤਲਬ 80 ਹੈ ਨਹੀਂ, ਤੁਹਾਡੀ ਜਿਹੜੀ ਗੱਲਬਾਤ ਚੋਂ ਇਹ ਨਿਕਲ ਕੇ ਆਇਆ, ਪਰ ਜਿਹੜੇ ਗੋਇੰਦਵਾਲ ਸਾਹਿਬ ਗਏ ਨੇ, ਫਿਰ ਇੰਨੀਆਂ ਗੱਡੀਆਂ ਕਿਉਂ ਗਈਆਂ ਨੇ? ਨਹੀਂ ਬੇਟਾ, ਦੇਖੋ ਇਹਦੇ 'ਚ ਇਸ ਤਰ੍ਹਾਂ ਹੁੰਦਾ, ਸ਼੍ਰੋਮਣੀ ਕਮੇਟੀ ਦੀ ਕੋਈ ਵੀ ਗੱਡੀ ਜਦੋਂ ਬਾਹਰ ਜਾਂਦੀ ਨਾ ਪ੍ਰੈਮਿਸਿਸ 'ਚ ਗੱਡੀਆਂ ਦਾ ਇੱਕ ਇੰਚਾਰਜ ਹੁੰਦਾ, ਲਾਇਆ ਹੁੰਦਾ ਗੱਡੀਆਂ ਦਾ ਇੰਚਾਰਜ, ਜਿਹੜਾ ਸਾਰਾ ਗੱਡੀਆਂ ਦੀ ਲੁੱਕ ਆਫਟਰ ਕਰਦਾ। ਉੱਥੇ ਇੱਕ ਵੀ ਗੱਡੀ ਬਾਹਰ ਨਿਕਲਣੀ, ਉਹਦਾ ਆਰਡਰ ਪੈਣਾ। ਠੀਕ ਹੈ। ਉਹਦਾ ਆਰਡਰ ਬੁੱਕਾਂ ਉਸ ਵੇਲੇ ਦੀਆਂ ਚੈੱਕ ਕੀਤੀਆਂ ਜਾ ਸਕਦੀਆਂ, ਕਿਹੜੇ ਅਧਿਕਾਰੀ ਨਾਲ ਗਏ, ਅਧਿਕਾਰੀਆਂ ਦਾ ਵੀ ਆਰਡਰ ਪੈਣਾ, ਕਿੰਨੀਆਂ ਗੱਡੀਆਂ ਗਈਆਂ, ਗੱਡੀਆਂ ਤੋਂ ਅੰਦਾਜ਼ਾ ਲੱਗ ਜਾਣਾ ਵੀ ਕਿੰਨੇ ਸਰੂਪ ਗਏ। ਜੀ। ਉਸ ਪਾਸੇ ਨੂੰ ਤੁਰੀ ਨਹੀਂ ਗੱਲ। ਹਾਂਜੀ ਬਿਲਕੁਲ, ਕਿਉਂਕਿ ਜੇ ਇਹ ਵੀ ਤਾਂ ਹੋ ਸਕਦਾ ਨਾ ਕਿ ਜੇ ਸਰੂਪ ਨਹੀਂ ਰਿਕਾਰਡ ਦੇ ਵਿੱਚ ਚੜਾਏ ਗਏ ਤੇ ਗੱਡੀਆਂ ਵੀ ਨਹੀਂ ਚੜਾਈਆਂ ਹੋਣਗੀਆਂ। ਨਹੀਂ, ਉਹ ਖਰਚਾ ਕੌਣ ਪਾਊ? ਠੀਕ ਹੈ। ਤੇ ਜੇ ਕਿਸੇ ਨੇ ਨਹੀਂ ਚੜਾਈਆਂ, ਫਰਜ਼ ਕੀਤਾ ਗਈਆਂ, ਤੇ ਉਹ ਮੌਕੇ ਦੇ ਅਧਿਕਾਰੀ ਤਾਂ ਮੌਜੂਦ ਹੈ, ਉਹਨਾਂ ਨੂੰ ਹੁਣ ਪੁੱਛਗਿੱਛ ਕੀਤੀ ਜਾ ਸਕਦੀ। ਜੀ। ਹਾਂ, ਮੈਂ ਕਈ ਵਾਰੀ ਮੇਰੇ ਮਨ 'ਚ ਇਹ ਆਉਂਦੀ ਹੈ ਗੱਲ, ਜਿਹੜਾ ਉਹ ਕਹਿੰਦੇ ਨਾ ਪੁਲਿਸ ਕੇਸ ਨਹੀਂ ਕਰਦੇ ਜੀ, ਆਹ ਨਹੀਂ ਕਰਦੇ। ਦੇਖੋ, ਪੁਲਿਸ ਕੇਸ ਤਾਂ ਕੋਈ ਵੀ ਕਰਾ ਸਕਦਾ, ਉਹਨਾਂ ਨੂੰ ਉੱਥੇ ਉਹਨਾਂ ਕੋਲ ਮੰਗਣ ਦੀ ਲੋੜ ਨਹੀਂ। ਜਦੋਂ 15 ਦੇ ਵਿੱਚ ਇਹ 16 ਦੇ ਵਿੱਚ ਇਹ ਘਟਨਾ ਘਟੀ ਹੈ ਨਾ, ਉਸ ਵੇਲੇ ਵੀ ਪੁਲਿਸ ਕੇਸ FIR ਹੋਈ ਹੈ। ਉਸ ਵੇਲੇ ਵੀ ਭਾਈ ਅਮਰੀਕ ਸਿੰਘ ਅਜਨਾਲਾ ਤੇ ਭਾਈ ਮੁੱਛਲ ਜੀ ਨੇ ਪੁਲਿਸ ਕੋਲ ਕੰਪਲੇਂਟ ਕੀਤੀ ਸੀ। ਇਹ ਪੁਲਿਸ ਕੇਸ ਫਿਰ ਕਿਹਦੇ ਖਿਲਾਫ ਹੋਇਆ ਸੀ? SGPC ਦੇ ਖਿਲਾਫ। ਠੀਕ ਹੈ। ਤੇ ਇਹਨਾਂ ਦੀ ਅਣਗਹਿਲੀ ਨਾ ਸੜੇ। ਹੁਣ ਪਰ ਸਾਹਿਬ, ਹੁਣ SGPC ਨੇ ਜਦੋਂ ਪਹਿਲੀ ਵਾਰੀ ਅਕਾਲ ਤਖਤ ਸਾਹਿਬ ਦੀ ਭੇਜੀ ਰਿਪੋਰਟ ਦੇ ਉੱਤੇ ਕਾਰਵਾਈ ਕੀਤੀ, ਤਾਂ ਉਦੋਂ ਕਿਹਾ ਸੀ ਕਿ ਇਹਨਾਂ ਖਿਲਾਫ ਪੁਲਿਸ ਕੇਸ ਹੋਏਗਾ, ਜਿਹੜੇ ਲੋਕਾਂ ਦੇ ਨਾਮ ਲਏ ਸੀ, ਪਰ ਉਸ ਤੋਂ ਬਾਅਦ ਉਹ ਪਿੱਛੇ ਹਟ ਗਏ ਇਸ ਬਿਆਨ ਤੋਂ। ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਪੁਲਿਸ ਕੇਸ? ਮੈਂ ਤਾਂ ਇਸ ਗੱਲ ਨਾਲ ਪਹਿਲਾਂ ਤਾਂ ਇਸ ਗੱਲ ਨਾਲ ਹੀ ਸਹਿਮਤ ਨਹੀਂ ਹੈ ਵੀ ਇਹ ਇਨਕੁਆਇਰੀ ਪਹਿਲਾਂ SGPC ਨੂੰ ਆਪ ਕਰਨੀ ਚਾਹੀਦੀ ਸੀ। ਉਹਨਾਂ ਕੋਲੇ ਸਾਰਾ ਇਨਫਰਾਸਟ੍ਰਕਚਰ ਹੈਗਾ, ਉਹਨਾਂ ਨੇ ਕਿਉਂ ਨਹੀਂ ਕੀਤੀ ਪਹਿਲਾਂ? ਤਾਂ ਇਹ ਬੜੀ ਮਾੜੀ ਗੱਲ ਹੈ, ਉਹਨਾਂ ਨੂੰ ਇਨਕੁਆਇਰੀ ਖੁਦ ਕਰਨੀ ਚਾਹੀਦੀ ਸੀ। ਪਰ ਤੁਹਾਨੂੰ ਲੱਗਦਾ ਵੀ ਜੇ ਖੁਦ ਇਨਕੁਆਇਰੀ ਕਰਵਾਉਂਦੇ ਤੇ ਸਹੀ ਹੁੰਦੀ ਉਹ ਵੀ? ਨਹੀਂ, ਇਹ ਦੇਖੋ ਇੰਨਾ ਨਹੀਂ ਹੈ ਵੀ ਉੱਥੇ ਸਾਰੇ ਲੂਣੇ ਗੁੰਨੀ ਜਾਂਦੇ ਆ, ਉੱਥੇ ਇਦਾਂ ਨਹੀਂ ਹੁੰਦਾ। ਕੋਈ ਸਿਸਟਮ ਹੈ, ਜੇ ਆ ਕੋਈ ਬਾਹਰ ਵੀ ਕਾਗਜ਼ ਪੱਤਰ ਆ ਰਹੇ ਆ ਤਾਂ ਕੋਈ ਬੰਦੇ ਹੀ ਆ ਨਾ ਦੇਣ ਵਾਲੇ। ਜੀ। ਜਿਹੜੇ ਕੋਈ ਦਰਦ ਰੱਖਦੇ ਉਹੀ ਦਿੰਦੇ ਆ ਨਾ। ਹਾਂਜੀ। ਪਰ ਇਹ ਆ ਵੀ ਜੇ ਉੱਥੇ ਵੀ ਚੰਗੇ ਬੰਦੇ ਵੀ ਹੈਗੇ, ਮਾੜੇ ਵੀ ਹੈਗੇ ਆ, ਚੰਗੇ ਬੰਦੇ ਸਹੀ ਜਾਣਕਾਰੀ ਵੀ ਦੇ ਸਕਦੇ ਸੀ। ਜੀ। ਸੋ ਪੌਰ ਸਾਹਿਬ, ਇਹ ਸਾਰੇ ਮਸਲੇ ਦੇ ਜੇ ਨਿਬੇੜੇ ਵੱਲ ਆਪਾਂ ਤੁਰੀਏ ਤਾਂ ਸਿੱਖ ਸੰਗਤ ਚਾਹੇ ਧਰਨਿਆਂ ਦੇ ਉੱਤੇ ਬੈਠੀ ਹੈ ਜਾਂ ਘਰਾਂ ਦੇ ਵਿੱਚ ਬੈਠੀ ਹੈ, ਸਾਡੇ ਵਰਗੇ ਜੋ ਵੀ ਹੁਣ, ਤਸੱਲੀ ਨਹੀਂ ਹੋ ਰਹੀ ਇਸ ਪੂਰੇ ਮਸਲੇ ਦੇ ਵਿੱਚ। ਸੱਚ ਹੈ ਜਿਹੜਾ, ਉਹ ਯਕੀਨ ਨਹੀਂ ਹੋ ਰਿਹਾ ਵੀ ਇਹ ਸਾਰਾ ਕੁਝ ਜਿਹੜਾ ਕਹਿ ਰਹੇ ਨੇ ਸੱਚ ਕਹਿ ਰਹੇ ਨੇ, ਜਾਂਚ ਰਿਪੋਰਟ ਹੈ ਜਿਹੜੀ ਉਹ ਵੀ ਸਹੀ ਹੈ ਕਿ ਨਹੀਂ ਹੈ। ਮਤਲਬ ਇੱਕ ਤਸੱਲੀ ਜੀ ਨਹੀਂ ਹੋ ਪਾ ਰਹੀ। ਕਿਵੇਂ ਹੋ? ਦੇਖੋ, ਇਹਦੇ 'ਚ ਨਾ 2-3 ਗੱਲਾਂ ਸ਼ੱਕ ਦੇ ਘੇਰੇ ਵਿੱਚ ਆਉਂਦੀਆਂ। ਪਹਿਲੀ ਤਾਂ ਗੱਲ ਇਹ ਹੈ ਵੀ ਜਿਸ ਦਿਨ ਈਸ਼ਰ ਸਿੰਘ ਦੀ ਰਿਪੋਰਟ ਦੇ ਉੱਤੇ ਅਮਲ ਕੀਤਾ ਗਿਆ, ਹਾਂਜੀ, ਜਿਹਦੇ 'ਚ 16 ਬੰਦੇ ਸਸਪੈਂਡ ਕੀਤੇ, ਚੀਫ ਸੈਕਟਰੀ ਤੇ ਬਾਕੀ ਬੰਦੇ ਵੀ ਨਾਲ ਲੈ ਲਏ। ਨਾ ਕਿਸੇ ਨੂੰ ਅੱਜ ਤੱਕ ਆਰਡਰ ਮਿਲਿਆ ਉਹਨਾਂ ਦੀ ਸਸਪੈਂਸ਼ਨ ਦਾ, ਨਾ ਕਿਸੇ ਦੀ ਐਕਸਪਲੇਨੇਸ਼ਨ ਕਾਲ ਹੋਈ ਸਰਵਿਸ ਰੂਲਸ ਦੇ ਮੁਤਾਬਕ ਜੀ, ਨਾ ਕਿਸੇ ਨੂੰ ਚਾਰਜ ਸ਼ੀਟ ਕੀਤਾ। ਕਿਸੇ ਨੂੰ ਇਹ ਨਹੀਂ ਪਤਾ ਵੀ ਉਹਨਾਂ ਨੂੰ ਕਿਸ ਦੋਸ਼ ਦੇ ਵਿੱਚ ਸਸਪੈਂਡ ਕੀਤਾ।
ਠੀਕ ਹੈ। ਅੱਜ ਤੱਕ ਨਹੀਂ ਉਹਨਾਂ ਨੂੰ ਪਤਾ। ਔਰ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਸੀਨੀਅਰ ਬੰਦੇ ਕਈ ਜਿਹੜੇ ਬਿਨਾਂ ਕਸੂਰਾਂ ਤੋਂ ਵੀ ਲਪੇਟੇ 'ਚ ਲੈ ਲਏ, ਕਈ ਕਸੂਰਵਾਰ ਛੱਡ ਦਿੱਤੇ, ਤੇ ਉਹਨਾਂ ਦੀ 30 ਸਾਲ ਦੀ ਸਰਵਿਸ ਹੈ, ਉਹਨਾਂ ਨੂੰ ਬੋਲਣਾ ਹੀ ਪੈਣਾ। ਅੱਜ ਬੋਲ ਲੈਣ, ਕੱਲ ਬੋਲ ਲੈਣ, ਉਹ ਜ਼ਰੂਰ ਸੱਚ ਪ੍ਰਗਟ ਕਰਨਗੇ। ਤੁਹਾਨੂੰ ਪਤਾ ਵੀ ਕਸੂਰਵਾਰ ਕਿਹੜੇ ਨੇ ਜਿਹੜੇ ਛੱਡਤੇ ਤੇ ਨਿਰਦੋਸ਼ ਕਿਹੜੇ ਨੇ ਜਿਨ੍ਹਾਂ ਨੂੰ ਦੋਸ਼ੀ ਬਣਾਤਾ? ਚਲੋ ਇਹ ਤਾਂ ਹੁਣ ਈਸ਼ਰ ਸਿੰਘ ਵੀ ਬੋਲਣਾ ਚਾਹੀਦਾ, ਉਹਨੂੰ ਵੀ ਦੱਸਣਾ ਚਾਹੀਦਾ ਵੀ ਕਿੰਨੇ ਦੋਸ਼ੀ ਸੀ ਐਕਚੁਅਲੀ ਤੇ ਕਿੰਨੇ ਰਹਿ ਗਏ। ਯਾਨੀ ਕਿ ਈਸ਼ਰ ਸਿੰਘ ਨੇ ਫਿਰ ਇਹੋ ਜਿਹਾ ਕਿਉਂ ਕੀਤਾ ਕਿ ਸਹੀ ਰਿਪੋਰਟ ਨਹੀਂ ਦਿੱਤੀ? ਕੋਈ ਦਬਾਅ ਸੀ ਨਹੀਂ, ਉਹਨਾਂ ਤੇ? ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਸਿਸਟਮ ਦੀ ਬਹੁਤੀ ਸਮਝ ਨਹੀਂ ਸੀ, ਅੰਦਰਲੇ ਸਿਸਟਮ ਦੀ ਸਮਝ ਨਹੀਂ ਸੀ। ਕਿਉਂਕਿ ਸਾਨੂੰ ਵੀ ਇੱਕ ਦੋ ਜਣਿਆਂ ਦਾ ਇਹੋ ਜਿਹਾ ਦਾ ਫੋਨ ਆਇਆ ਹੈ ਜਿਹੜੇ ਵੱਡੇ ਅਧਿਕਾਰੀ ਨੇ, ਜਿਹੜੇ ਇਸ ਮਸਲੇ ਵਿੱਚ ਫਸੇ ਨੇ, ਦੋਸ਼ੀ ਪਾਏ ਗਏ ਨੇ। ਉਹ ਕਹਿੰਦੇ ਨੇ ਕਿ ਅਸੀਂ ਨਿਰਦੋਸ਼ ਹਾਂ, ਸਾਡੇ ਕੋਲ ਸਬੂਤ ਵੀ ਹੈਗੇ ਨੇ, ਪਰ ਬਾਹਰ ਪਤਾ ਨਹੀਂ ਕਿਉਂ ਨਹੀਂ ਕੋਈ ਆ ਰਿਹਾ। ਨਹੀਂ, ਉਹ ਕੱਢਣੇ ਪੈਣਗੇ ਜੀ, ਉਹ ਵਿਚਾਰਿਆਂ ਦੀ ਸਾਰੀ ਉਮਰ ਦੀ ਕਮਾਈ ਖਤਮ ਹੋ ਗਈ। ਸੋਪਰ ਸਾਹਿਬ, ਆਖਰੀ ਸਵਾਲ ਮੈਂ ਤੁਹਾਨੂੰ ਪੁੱਛਾਂਗੀ ਕਿ ਇਸ ਪੂਰੇ ਮਸਲੇ ਦੇ ਵਿੱਚ ਜਿਹੜੀ ਤਤਕਾਲੀ ਅੰਤਰਿੰਗ ਕਮੇਟੀ ਹੈ ਉਸ ਨੂੰ ਦੋਸ਼ੀ ਬਣਾ ਕੇ ਹੀ ਸੱਦਿਆ ਗਿਆ ਅਕਾਲ ਤਖਤ ਸਾਹਿਬ, ਕਿ ਤੁਸੀਂ ਆਪਣੀ ਨਿੱਜੀ ਜੇ ਗੱਲ ਕਰਨੇ, ਤੁਸੀਂ ਆਪਣਾ ਇਸ ਪੂਰੇ ਮਸਲੇ ਦੇ ਵਿੱਚ ਆਪਣੇ ਆਪ ਨੂੰ ਕਿੰਨਾ ਕੁ ਦੋਸ਼ੀ ਮੰਨਦੇ ਹੋ, ਨਿਰਦੋਸ਼ ਮੰਨਦੇ ਹੋ? ਨਹੀਂ, ਮੈਂ ਦੇਖੋ, ਮੈਂ ਤਾਂ ਨਾ ਸਰੂਪ ਦੇਣ ਵਾਲਿਆਂ 'ਚ ਨਾ ਲੈਣ ਵਾਲਿਆਂ 'ਚ, ਨਾ ਕੋਈ ਸਿਫਾਰਿਸ਼ ਕਰਨ ਵਾਲਿਆਂ 'ਚ। ਜਿਹੜੇ ਮੇਰੇ ਹਲਕੇ ਦੇ ਸਰੂਪ ਗਏ ਆ, 5-4 ਗਏ ਹੋਣਗੇ, ਉਹ ਮੈਂ ਪ੍ਰਚਾਰਕ ਦੀ ਰਿਪੋਰਟ ਦੇ ਆਧਾਰ ਤੇ ਹੀ ਸਾਈਨ ਕੀਤੇ ਆ। ਮੈਂ ਉੱਦਾਂ ਡਾਇਰੈਕਟ ਕਦੀ ਕਿਸੇ ਨੂੰ ਨਹੀਂ ਦਿੱਤਾ ਜੀ। ਤੇ ਮੈਂ ਇਹ ਵੀ ਦੱਸ ਸਕਦਾ ਵੀ ਮੈਂ ਪਿਛਲੇ 20 ਸਾਲ ਦਾ ਰਿਕਾਰਡ ਵੀ ਦੱਸ ਸਕਦਾ ਵੀ ਮੇਰੇ ਹਲਕੇ 'ਚ ਕਿੱਥੇ ਗਏ ਤੇ ਕਿਹਦੀ ਸਿਫਾਰਿਸ਼ ਨਾਲ। ਜੀ, ਪਰ ਜਿਸ ਤਰ੍ਹਾਂ ਕਹਿੰਦੇ ਨੇ ਕਿ ਤੁਹਾਡੇ ਹੁੰਦੇ ਉਹ ਵਾਪਰਿਆ, ਪਛਤਾਤਾਪ ਤਾਂ ਹੈ। ਮੈਂ ਦੇਖੋ ਇਹ ਬੇਨਤੀ ਕਰਦਾ ਵੀ ਇਹ ਕਦੇ ਵੀ ਜਿਹੜੇ 15 ਮੈਂਬਰ ਹੁੰਦੇ ਨਾ ਐਗਜ਼ੈਕਟਿਵ ਦੇ, 4 ਅਹੁਦੇਦਾਰ, 11 ਮੈਂਬਰ, ਇਹਨਾਂ ਦੀ ਇੱਕ ਰਾਏ ਤਾਂ ਨਹੀਂ ਹੁੰਦੀ ਨਾ। ਕਈ ਵਾਰੀ ਡਿਸੈਂਡਿੰਗ ਨੋਟ ਹੁੰਦੇ ਆ, ਕਈ ਵਾਰੀ ਵਿਰੋਧੀ ਧਿਰ ਵਿੱਚ ਹੁੰਦੀ ਆ, ਕਈ ਰੂਲਿੰਗ ਹੁੰਦੇ ਆ, ਹਨਾ। ਪਰ ਇਹ ਹੈ ਜ਼ਰੂਰ ਹੈ, ਹੋਣਾ ਚਾਹੀਦਾ ਸੀ ਜੀ, ਜ਼ਰੂਰ ਪਛਤਾਤਾਪ ਹੋਣਾ ਚਾਹੀਦਾ ਸੀ। ਤੇ ਉਹ ਜੇ ਨਹੀਂ ਹੋ ਸਕਿਆ, ਉਹ ਹੁਣ ਜੇ ਤਾਂ ਪ੍ਰਧਾਨ ਤੇ ਮੌਕੇ ਦਾ ਮੁੱਖ ਸਕੱਤਰ ਹੁੰਦੇ, ਉਹ ਆਪਣਾ ਪੱਖ ਰੱਖ ਸਕਦੇ। ਪਰ ਅਸੀਂ ਜੋ ਆਪਣਾ ਪੱਖ ਸੀਗਾ ਅਕਾਲ ਤਖਤ ਸਾਹਿਬ ਨੂੰ ਦੱਸ ਦਿੱਤਾ ਸੀ, ਤੇ ਉਹਨਾਂ ਨੇ ਦੱਸਣ ਤੋਂ ਬਾਅਦ ਜੋ ਸਾਨੂੰ ਹੁਕਮ ਕੀਤਾ ਉਹ ਅਸੀਂ ਪ੍ਰਵਾਨ ਕਰ ਲਿਆ ਜੀ। ਮੇਰੀ ਇਹ ਇੱਛਾ ਹੈ, ਮੇਰਾ ਆਪਣਾ ਮਨ ਹੈ ਵੀ ਕੌਮ ਦੀ ਤਸੱਲੀ ਤਾਂ ਹੋਣੀ ਆ ਬਈ, ਜਾਂ ਜੇ ਪ੍ਰਧਾਨ ਨਹੀਂ ਕਰਦਾ ਤਾਂ ਜਥੇਦਾਰ ਸਾਹਿਬਾਨ ਇਕੱਠੇ ਹੋ ਕੇ ਕਰਨ, ਇਹ ਸੱਚ ਬਾਹਰ ਕੱਢਣ ਵੀ ਇਹ ਜਿਹੜੇ ਸਰੂਪ ਘਟਦੇ ਆ, ਇਹ ਕਿਹਨੇ ਦਿੱਤੇ, ਕਿਹਨੂੰ ਦਿੱਤੇ, ਕਿਹਦੀ ਸਿਫਾਰਿਸ਼ ਦੇ ਦਿੱਤੇ ਤੇ ਕਿੱਥੇ ਦਿੱਤੇ। ਜੀ, ਚਾਹੇ ਉਹ ਕੋਈ ਮੁਲਾਜ਼ਮ ਹੈ ਜਾਂ ਕੋਈ ਉੱਪਰਲਾ, ਜਿਹੜੀ ਉੱਪਰਲੀ ਪਾਵਰ ਹੈ, ਕੋਈ ਮਰਜ਼ੀ ਹੋਵੇ, ਵੱਡੇ ਤੋਂ ਵੱਡਾ ਬੰਦਾ ਹੋਵੇ, ਇਹ ਕੌਮ ਦੇ ਸਿਰੋਂ ਕਲੰਕ ਲਾਉਣਾ ਚਾਹੀਦਾ। ਜੀ, ਬਿਲਕੁਲ। ਸੋ ਸੰਗਤ ਦਾ ਇਹੀ ਸਵਾਲ ਹੈ ਜਿਹੜਾ ਹਾਲੇ ਤੱਕ ਜਿਉਂਦਾ ਤਿਉਂ ਖੜਾ ਕਿ ਸਾਨੂੰ ਇੰਨਾ ਦੱਸ ਦਿਓ, 328 ਸਰੂਪ ਨੇ, ਕੋਈ ਇੱਕ ਅੱਧਾ ਸਰੂਪ ਨਹੀਂ ਹੈਗਾ। ਸਰੂਪ ਦੀ ਤਾਂ ਇੱਕ ਦੀ ਵੀ ਉਨੀ ਕੀਮਤ ਹੈ ਤੇ 328 ਦੀ ਵੀ ਉਨੀ ਕੀਮਤ ਹੈ। ਗੁਰਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਲਈ ਕੀ ਨੇ, ਉਹ ਸਭ ਨੂੰ ਪਤਾ ਹੈ। ਸੋ ਇਹ ਸਵਾਲ ਦਾ ਜਵਾਬ ਜਿੰਨਾ ਚਿਰ ਨਹੀਂ ਮਿਲਦਾ ਕਿ ਉਹ ਸਰੂਪ ਕਿਸ ਨੇ ਦਿੱਤੇ, ਕਿਸ ਨੂੰ ਦਿੱਤੇ, ਕਿਵੇਂ ਗਏ ਤੇ ਕਿਹਦੇ ਹੁਕਮ ਦੇ ਨਾਲ ਗਏ, ਇਹ ਸਵਾਲ ਦਾ ਜਵਾਬ ਜਿਹੜਾ SGPC ਨੂੰ ਦੇਣਾ ਹੀ ਪਏਗਾ। ਸੁਪਾਲ ਸਾਹਿਬ, ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਤੇ ਸਾਨੂੰ ਵੀ ਇਹ ਆਸ ਰਹੇਗੀ ਕਿ ਕਦੋਂ ਇਹ ਮਸਲਾ ਸੁਲਝੇਗਾ ਤੇ ਕਦੋਂ ਅਸੀਂ ਤੁਹਾਨੂੰ ਸਭ ਨੂੰ ਇੱਕ ਚੰਗੀ ਖਬਰ ਇਸ ਮਸਲੇ ਨੂੰ ਲੈ ਕੇ ਸੁਣਾਵਾਂਗੇ ਕਿ ਹਾਂਜੀ ਇਹ ਮਸਲਾ ਸੁਲਝ ਚੁੱਕਿਆ ਤੇ ਸੰਗਤ ਦੀ ਵੀ ਤਸੱਲੀ ਹੋ ਚੁੱਕੀ ਹੈ। ਧੰਨਵਾਦ।